ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਕਿਤਕ ਦਿਵਸ ਜਬ ਰਹਿਤ ਬਿਤਾਏ ਸੇਵਾ ਕਰਹੀਂ ਪ੍ਰੀਤ ਬਧਾਏ। ਜਵਾਲਾ ਪਰਸਨ ਗਇਓ ਸੁਸੰਗਾ ਸੋ ਆਇਓ ਪੁਨ ਸਹਿਤ ਉਮੰਗਾ। ਕਿਤਕ ਦਿਵਸ ਜਬ ਰਹਿਤ ਬਿਤਾਏ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਸਦਾ ਦਇਆ ਕਰਨ ਵਾਲੇ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਦਇਆ ਕੀਤੀ ਹੈ। ਆਪਾਂ ਨੂੰ ਸਿੱਖ ਸੰਗਤਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਨਾਲ ਲੜੀਵਾਰ ਕਥਾ ਸੁਣਨ ਦਾ ਗੁਰੂ ਜੀ ਦੀ ਬਖਸ਼ਿਸ਼ ਹਾਸਲ ਕਰਨ ਦਾ ਮੌਕਾ ਮਿਲਿਆ ਹੈ। ਆਓ ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਸਤਿਗੁਰੂ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਰਵਣ ਕਰ ਰਹੇ ਹੋ। ਕਿਸ ਤਰੀਕੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਹ ਹਾਜ਼ਰੀ ਵਿੱਚ ਆਏ ਆ। ਭਾਈ ਲਹਿਣਾ ਜੀ ਪਹਿਲਾ ਨਾਮ ਹੈ,
ਇੱਕ ਵਾਰੀ ਘਰ ਗਏ ਆ, ਵਾਪਸ ਗੁਰੂ ਜੀ ਦੇ ਦਰਸ਼ਨ ਕਰਕੇ ਮੁੜ ਆ ਗਏ ਆ। ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਲੂਣ ਦਾ ਢੇਲਾ ਆਪਣੇ ਨਾਲ ਲੈ ਕੇ ਆਏ ਆ, 1.25 ਮਣ ਲੂਣ ਲੈ ਕੇ ਆਏ ਆ। ਹਜ਼ੂਰ ਮਹਾਰਾਜ ਗਰੀਬ ਨਵਾਜ ਜੀ ਨੂੰ ਭੇਟਾ ਕਰਨ ਵਾਸਤੇ ਘਰ ਵਿੱਚ ਲੈ ਕੇ ਗਏ ਆ। ਸੱਚੇ ਪਾਤਸ਼ਾਹ ਮਹਾਰਾਜ ਖੇਤਾਂ ਦੇ ਵਿੱਚ ਬੈਠੇ ਆ, ਖੇਤੀ ਕਰਵਾ ਰਹੇ ਹਨ। ਕੱਲ ਵੀ ਬੇਨਤੀ ਕੀਤੀ ਸੀ, ਉਹਨਾਂ ਖੇਤੀ ਕਰਨ ਵਾਲਿਆਂ ਦੇ ਵਿੱਚ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵੀ ਸ਼ਾਮਲ ਹਨ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਖੇਤੀ ਕਰਵਾ ਰਹੇ ਹਨ ਤੇ ਜਾ ਕੇ ਨਮਸਕਾਰ ਕੀਤੀ ਹੈ। ਮਹਾਰਾਜ ਨੇ ਆਸ਼ੀਰਵਾਦ ਦਿੱਤਾ ਹੈ, ਪ੍ਰਭੂ ਚਿੱਤ ਆਵੇ। ਇਹ ਸਾਰਾ ਹੀ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਕਿਵੇਂ ਫਿਰ ਨਦੀਨਾਂ ਦੀ ਭਰੀ ਜਿਹੜੀ ਪੰਡ ਹੈ ਉਹ ਆਪਣੇ ਸਿਰ ਤੇ ਚੁੱਕ ਕੇ ਘਰ ਵਿੱਚ ਪਸ਼ੂ ਜਿੱਥੇ ਆ ਉੱਥੇ ਲੈ ਕੇ ਆਏ ਆ ਭਾਈ ਲਹਿਣਾ ਜੀ। ਕੱਪੜੇ ਸਾਰੇ ਚਿੱਕੜ ਦੇ ਨਾਲ ਭਿੱਜ ਗਏ ਆ, ਪਰ ਹਿਰਦੇ ਵਿੱਚ ਬੜਾ ਪਿਆਰ ਹੈ ਜੀ। ਮੁੱਖ ਗੱਲ ਜਿਹੜੀ ਹੈ ਉਹ ਇਹ ਹੈ, ਹਿਰਦੇ ਵਿੱਚ ਬੜਾ ਪਿਆਰ ਹੈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਮਾਤਾ ਸੁਲੱਖਣੀ ਜੀ ਨੇ ਦੇਖਿਆ, ਸ਼ਾਮ ਨੂੰ ਦਰਸ਼ਨ ਕੀਤੇ, ਆਖਿਆ ਮਹਾਰਾਜ ਉਹ ਮਨੁੱਖ ਬੜਾ ਭਲਾ, ਕੱਪੜੇ ਬੜੇ ਕੀਮਤੀ ਸਨ ਤੇ ਤੁਸੀਂ ਉਹਦੇ ਕੱਪੜਿਆਂ ਦੀ ਵੀ ਪਰਵਾਹ ਨਹੀਂ ਕੀਤੀ। ਕਿਵੇਂ ਗਾਰਾ ਲੱਗ ਗਿਆ ਕੱਪੜਿਆਂ ਨੂੰ, ਚਿੱਕੜ ਲੱਗ ਗਿਆ। ਮਹਾਰਾਜ ਨੇ ਆਖਿਆ ਸੁਲੱਖਣੀ ਜੀ ਇਹ ਗਾਰਾ ਨਹੀਂ ਹੈ, ਇਹ ਕੇਸਰ ਹੈ, ਕੇਸਰ। ਨਾਲ ਮਹਾਰਾਜ ਨੇ ਇਹ ਵੀ ਕਿਰਪਾ ਕੀਤੀ। ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹਨੂੰ ਨਦੀਨਾਂ ਦੀ ਪੰਡ ਕਹਿੰਦੇ ਹੋ ਨਾ, ਇਹ ਦੀਨ ਦੁਨੀ ਦਾ ਛਤਰ ਰੱਖਿਆ ਉਹਨਾਂ ਦੇ ਸਿਰ ਤੇ। ਸੋ ਗੁਰੂ ਸਾਹਿਬ ਸਾਧ ਸੰਗਤ ਜੀ ਬੜਾ ਕੁਝ ਗੁਪਤੋ ਗੁਪਤੀ ਕਰ ਜਾਂਦੇ ਆ, ਬੰਦੇ ਨੂੰ ਪਤਾ ਵੀ ਨਹੀਂ ਲੱਗਦਾ। ਸੋ ਹੁਣ ਆਪਾਂ ਅੱਗੋਂ ਕਥਾ ਸਰਵਣ ਕਰੀਏ। ਮਹਾਰਾਜ ਗਰੀਬ ਨਵਾਜ ਜੀ ਦੀ ਹਜ਼ੂਰੀ ਵਿੱਚ ਹੀ ਭਾਈ ਲਹਿਣਾ ਜੀ ਰਹਿਣ ਲੱਗ ਪਏ ਆ। ਅੱਗੋਂ ਹੁਣ ਜੋ ਕਥਾ ਹੈ ਉਹ ਆਪਾਂ ਨੇ ਬੜੇ ਪਿਆਰ ਨਾਲ ਸਰਵਣ ਕਰਨੀ ਹੈ। ਗੱਜ ਕੇ ਸਾਰੀ ਸੰਗਤ ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕੇਤਕ ਦਿਵਸ ਜਬ ਰਹਿਤ ਬਿਤਾਏ। ਕੁਝ ਦਿਨ ਹੋ ਗਏ ਆ, ਹਜੂਰ ਮਹਾਰਾਜ ਗਰੀਬ ਨਵਾਜ ਜੀ ਦੀ ਹਜ਼ੂਰੀ ਵਿੱਚ ਭਾਈ ਲਹਿਣਾ ਜੀ ਰਹਿ ਰਹੇ ਆ। ਹਾਂਜੀ, ਸੇਵਾ ਕਰਹੀਂ ਪ੍ਰੀਤ ਵਧਾਏ। ਇਸ ਗੱਲ ਨੂੰ ਧਿਆਨ ਵਿੱਚ ਰੱਖਣਾ। ਸੇਵਾ ਲੋਕ ਉਂਝ ਵੀ ਬੜੀ ਬੜੀ ਕਰਦੇ ਆ, ਪਰ ਇੱਕ ਹੈ ਪ੍ਰੀਤ ਦੇ ਨਾਲ ਕਰਨੀ ਜੀ। ਆਪਣੇ ਹਿਰਦੇ ਵਿੱਚ ਬੜੀ ਪ੍ਰੀਤ ਵਧਾ ਕੇ, ਪ੍ਰੇਮ ਵਧਾ ਕੇ ਭਾਈ ਲਹਿਣਾ ਜੀ ਸੇਵਾ ਕਰ ਰਹੇ ਆ। ਹਾਂਜੀ, ਜਵਾਲਾ ਪਰਸਨ ਗਇਓ ਜੋ ਸੰਗਾ। ਜਿਹੜੀ ਸੰਗਤ ਜਵਾਲਾ ਜੀ ਦੇ ਦਰਸ਼ਨ ਕਰਨ ਵਾਸਤੇ ਗਈ ਸੀ, ਜਿਹੜਾ ਸੰਗ ਗਿਆ ਸੀਗਾ ਖਡੂਰ ਸਾਹਿਬ ਤੋਂ, ਹਾਂਜੀ, ਸੋ ਆਇਓ ਪੁਨ ਸਹਿਤ ਉਮੰਗਾ। ਉਹ ਦਰਸ਼ਨ ਮੇਲੇ ਕਰਕੇ ਅਸਥਾਨ ਤੇ ਹੋ ਕੇ ਵਾਪਸ ਲੰਘ ਰਹੇ ਆ ਸਾਧ ਸੰਗਤ ਜੀ। ਹਾਂਜੀ, ਲਹਿਣਾ ਵਹਿਰ ਬੁਲਾਏ ਬੁਝੇਰਾ। ਉਸ ਸੰਗ ਨੇ ਲਹਿਣਾ ਜੀ ਨੂੰ ਬਾਹਰ ਸੱਦਿਆ ਕਰਤਾਰਪੁਰ ਸਾਹਿਬ ਤੋਂ ਜੀ। ਹਾਂਜੀ, ਦੇਹੋ ਦਿਖਾਏ ਦਰਸ ਗੁਰ ਕੇਰਾ। ਤੇ ਉਹ ਤੁਸੀਂ ਜਿਨ੍ਹਾਂ ਕਥਾ ਸੁਣੀ ਉਹਨਾਂ ਨੂੰ ਪਤਾ, ਭਾਈ ਲਹਿਣਾ ਜੀ ਨੇ ਉਹਨਾਂ ਨੂੰ ਆਖਿਆ ਸੀ ਤੁਸੀਂ ਇੱਕ ਵਾਰੀ ਅੱਗੇ ਹੋ ਆਓ, ਵਾਪਸ ਆਓਗੇ ਮੈਂ ਤੁਹਾਨੂੰ ਗੁਰੂ ਜੀ ਦੇ ਦਰਸ਼ਨ ਕਰਾਵਾਂਗਾ। ਸੋ ਉਹ ਸਾਰੇ ਆ ਕੇ ਕਹਿ ਰਹੇ ਆ, ਕਹਿੰਦੇ ਲਹਿਣਾ ਜੀ ਸਾਨੂੰ ਵੀ ਆਪਣੇ ਗੁਰੂ ਜੀ ਦੇ ਦਰਸ਼ਨ ਕਰਾਓ। ਹਾਂਜੀ, ਸਭ ਕੋ ਲੈ ਨਿਜ ਸੰਗ ਅਗਾਰੀ। ਹੁਣ ਸਮੱਤ ਵੇਖਿਓ ਜੀ, ਭਾਈ ਲਹਿਣਾ ਜੀ ਸਾਰੇ ਸੰਗ ਨੂੰ ਨਾਲ ਲੈ ਕੇ ਆਵਤ ਭਾ ਧਰਮਸਾਲ ਮਝਾਰੀ। ਤੇ ਧਰਮਸ਼ਾਲਾ ਕੋਲ ਆ ਗਏ ਜੀ। ਸਾਧ ਸੰਗਤ ਜੀ ਧਰਮਸ਼ਾਲਾ ਵਿੱਚ ਆ ਗਏ। ਹੁਣ ਕਮਾਲ ਦੀ ਗੱਲ ਵੇਖ ਲਓ, ਪਹਿਲਾਂ ਭਾਈ ਲਹਿਣਾ ਜੀ ਸੰਗ ਦੇ ਮੁਖੀ ਬਣ ਕੇ ਅੱਗੇ ਲੱਗ ਕੇ ਦੇਵੀ ਦੇ ਦਰਸ਼ਨ ਕਰਾਉਂਦੇ ਹੁੰਦੇ ਸੀਗੇ। ਅੱਜ ਉਸੇ ਸੰਗ ਦੇ ਮੁਖੀ ਬਣ ਕੇ ਅੱਗੇ ਲੱਗ ਕੇ ਸੰਗਤ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਾਉਣ ਲਈ ਲੈ ਕੇ ਆਏ ਆ ਜੀ। ਧਰਮਸ਼ਾਲਾ ਦੇ ਵਿੱਚ ਲੈ ਆਂਦਾ ਜੀ। ਹਾਂਜੀ, ਹਾਥ ਬੰਦ ਕੇ ਗਿਰਾ ਬਖਾਨੀ। ਫਿਰ ਉਹਨਾਂ ਨੂੰ ਬਾਹਰ ਬਿਠਾਇਆ ਜੀ, ਬਿਨਾਂ ਆਗਿਆ ਤੋਂ ਅੰਦਰ ਨਹੀਂ ਲੈ ਕੇ ਗਏ ਜੀ। ਸੇਵਕ ਭਾਵ ਵਿੱਚ ਬੜਾ ਕੁਝ ਸਿੱਖਣ ਵਾਲਾ ਹੁੰਦਾ ਸੰਗਤ ਜੀ। ਆਪਣੀ ਮਰਜ਼ੀ ਨਹੀਂ ਕੀਤੀ, ਆਓ ਆਓ ਚੱਲੀਏ ਆਪਾਂ,
ਉਹਨਾਂ ਨੂੰ ਬਾਹਰ ਬਿਠਾਇਆ ਜੀ ਸਾਰਿਆਂ ਨੂੰ। ਫਿਰ ਆਪ ਅੰਦਰ ਗਏ ਜੀ। ਅੰਦਰ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰਨ ਲੱਗੇ, ਸੁਨੀਏ ਬਿਨਤੀ ਸ੍ਰੀ ਗੁਣ ਖਾਨੀ। ਹੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ, ਹਾਂਜੀ, ਗ੍ਰਾਮ ਖਡੂਰ ਮਨੁਜ ਬਹੁ ਆਏ। ਗਰੀਬ ਨਵਾਜ ਗੁਣਾਂ ਦੀ ਖਾਨ ਸਤਿਗੁਰੂ ਜੀ, ਮਹਾਰਾਜ ਮੇਰੇ ਪਿੰਡ ਖਡੂਰ ਤੋਂ ਕੁਝ ਮਨੁੱਖ ਆਏ ਹਨ ਸੱਚੇ ਪਾਤਸ਼ਾਹ। ਹਾਂਜੀ, ਚਾਹਤ ਤੁਮਰੋ ਦਰਸ਼ਨ ਪਾਏ। ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਆ। ਹਾਂਜੀ, ਕਿਰਪਾ ਦ੍ਰਿਸ਼ਟ ਸੋ ਦੇਖ ਗੋਸਾਈ। ਮਹਾਰਾਜ ਆਪ ਕਿਰਪਾ ਕਰੋ, ਦ੍ਰਿਸ਼ਟੀ ਕਰੋ, ਮਿਹਰ ਕਰੋ। ਤੇ ਸੱਚੇ ਪਾਤਸ਼ਾਹ ਉਹਨਾਂ ਨੂੰ ਅੰਦਰ ਮੈਂ ਸੱਦ ਲਿਆਵਾਂ। ਗੁਰੂ ਸਾਹਿਬ ਨੇ ਮਿਹਰ ਦੀ ਦ੍ਰਿਸ਼ਟੀ ਨਾਲ ਲਹਿਣਾ ਜੀ ਨੂੰ ਦੇਖਿਆ। ਹਾਂਜੀ, ਬੋਲੇ ਸੰਗੀ ਲਿਹੋ ਬੁਲਾਈ। ਤੇ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਲਹਿਣਾ ਜੀ ਲੈ ਆਓ ਆਪਣੇ ਸੰਗੀ ਜਿਹੜੇ ਤੁਹਾਡੇ ਨਾਲ ਆਏ ਆ। ਆਇਸ ਪਾਏ ਬ੍ਰਿੰਦ ਨਰ ਨਾਰੀ। ਫਿਰ ਉਹਨਾਂ ਨੂੰ ਬਾਹਰੋਂ ਸੱਦ ਕੇ ਲਿਆਂਦਾ ਜੀ। ਫਿਰ ਸੱਦ ਕੇ ਲਿਆਂਦਾ। ਚੇਤਾ ਰੱਖਿਓ, ਆਪਣੀ ਮਰਜ਼ੀ ਕਰਨ ਵਾਲਾ ਬੰਦਾ ਨੁਕਸਾਨ ਕਰਾ ਬੈਠਦਾ ਜੀ। ਹਰ ਗੱਲ ਵਿੱਚ ਗੁਰੂ ਸਾਹਿਬ ਜੀ ਦੀ ਆਗਿਆ ਵਿੱਚ ਰਹਿਣਾ, ਆਗਿਆ ਪਾ ਕੇ ਤੇ ਸਾਧ ਸੰਗਤ ਜੀ ਫਿਰ ਉਹਨਾਂ ਨੂੰ ਅੰਦਰ ਲਿਆਂਦਾ ਸਾਰਿਆਂ ਨੂੰ। ਹਾਂਜੀ, ਲੈ ਪਹੁੰਚਿਓ ਧਰਮਸਾਲ ਮਝਾਰੀ। ਹਾਂਜੀ। ਕਰੀ ਕਾਮਨਾ ਜੇ ਨਰ ਜੋਈ। ਹੋਇ ਹੈ ਪੂਰਨ ਭਾਖੀ ਸੋਈ। ਤੇ ਫਿਰ ਕੀ ਸੀ, ਆਪਣੇ ਨਾਲ ਜਿਹੜੇ ਮਨੁੱਖ ਨੇ ਉਹਨਾਂ ਨੂੰ ਕਿਹਾ, ਕਹਿਣ ਲੱਗੇ ਭਾਈ ਹੁਣ ਜਿਹੜੀ ਜਿਹੜੀ ਕਾਮਨਾ ਹੈਗੀ ਆਪਣੇ ਹਿਰਦੇ 'ਚ ਧਾਰਨ ਕਰ ਲਓ। ਮੈਨੂੰ ਪੂਰਾ ਭਰੋਸਾ ਹੈ ਜਦੋਂ ਤੁਸੀਂ ਅੰਦਰ ਜਾ ਕੇ ਮੇਰੇ ਸਤਿਗੁਰੂ ਜੀ ਦੇ ਦਰਸ਼ਨ ਕਰੋਗੇ ਤੇ ਸਤਿਗੁਰੂ ਤੁਹਾਡੀਆਂ ਕਾਮਨਾਵਾਂ ਪੂਰੀਆਂ ਕਰ ਦੇਣਗੇ ਜੀ। ਹਾਂਜੀ, ਸਿੰਘਾਸਨ ਬੈਠੇ ਗੁਣ ਖਾਨੀ। ਜਦੋਂ ਸੰਗਤਾਂ ਅੰਦਰ ਗਈਆਂ ਤੇ ਸਿੰਘਾਸਣ ਬੈਠੇ ਗੁਣਖਾਨੀ। ਮਹਾਰਾਜ ਗੁਣਾਂ ਦੀ ਖਾਨ ਸੱਚੇ ਪਾਤਸ਼ਾਹ ਆਪਣੇ ਤਖਤ ਤੇ ਬੈਠੇ ਸਨ, ਸੱਜੇ ਸਨ। ਦਰਸਹਿ ਕਰ ਬੰਧਨ ਮਨ ਮਾਨੀ। ਸੰਗਤਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ। ਦਰਸ਼ਨ ਕਰਕੇ ਕੀ ਕੀਤਾ, ਦਰਸ਼ਨ ਕਰਕੇ ਦੋਵੇਂ ਹੱਥ ਜੋੜ ਕੇ ਸਿਰ ਝੁਕਾਇਆ। ਮਹਾਰਾਜ ਗਰੀਬ ਨਵਾਜ ਜੀ ਦੇ ਸੋਹਣੇ ਦਰਸ਼ਨ ਕੀਤੇ। ਫਲ ਔਰ ਫੂਲ ਉਪਾਇਨ ਧਰਹੀ। ਕੋਈ ਫਲ ਲੈ ਕੇ ਆਇਆ ਸੀ ਤੇ ਕੋਈ ਫੁੱਲ ਲੈ ਕੇ ਆਇਆ ਸੀ, ਉਹ ਵੀ ਮਹਾਰਾਜ ਦੇ ਚਰਨਾਂ 'ਚ ਭੇਟਾ ਕੀਤਾ। ਧੰਨ ਧੰਨ ਗੁਰ ਬਚਨ ਉਚਰਹੀ। ਤੇ ਹੱਥ ਜੋੜ ਕੇ ਕਹਿੰਦੇ, ਮਹਾਰਾਜ ਤੁਸੀਂ ਧੰਨ ਹੋ ਸੱਚੇ ਪਾਤਸ਼ਾਹ। ਕਿਉਂ ਜੀ, ਤੁਸੀਂ ਅੰਦਾਜ਼ਾ ਲਾਓ ਵੀ ਅੰਦਰ ਸਿੰਘਾਸਣ ਤੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਚੌਂਕੜਾ ਮਾਰ ਕੇ ਬੈਠੇ ਹੋਣਗੇ ਤੇ ਆਈਆਂ ਸੰਗਤਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ ਹੋਣਗੇ, ਮਨ ਨੂੰ ਸ਼ਾਂਤੀ ਤਾਪੇ ਪਹੁੰਚਣੀ ਜੀ ਉਹਨਾਂ ਦੇ। ਸਾਰੇ ਮਹਾਰਾਜ ਜੀ ਨੂੰ ਧੰਨ ਧੰਨ ਕਹਿਣ ਲੱਗ ਪਏ। ਆਪ ਜੀ ਵੀ ਆਖੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਹਾਂਜੀ, ਬਿਨਤੀ ਭਾਖੈ ਖਰੇ ਅਗਾਰੀ। ਹੁਣ ਆਪੋ ਆਪਣੀਆਂ ਬੇਨਤੀਆਂ ਕਰਨ ਲੱਗੀਆਂ ਖਡੂਰ ਸਾਹਿਬ ਦੀਆਂ ਸੰਗਤਾਂ ਸਤਿਗੁਰੂ ਜੀ ਨੂੰ। ਹਾਂਜੀ, ਸਫਲ ਜਨਮ ਹੋਇਓ ਇਸ ਬਾਰੀ। ਤੇ ਇਉਂ ਮਹਿਸੂਸ ਹੋਇਆ ਕਿ ਅੱਜ ਸਾਡਾ ਜਨਮ ਹੀ ਸਫਲਾ ਹੋ ਗਿਆ ਜੀ। ਬੜੇ ਭਾਗ ਮੇਰੇ ਪ੍ਰਭੂ ਦਰਸ ਪਾਏ। ਹਾਂਜੀ, ਜਿਹ ਜਿਹ ਕਰੀ ਕਾਮਨਾ ਜੋਈ। ਜਿਸ ਜਿਸ ਨੇ ਜੈਸੀ ਜੈਸੀ ਕਾਮਨਾ ਰੱਖੀ, ਮੰਗ ਰੱਖੀ, ਪੂਰਨ ਕਰਤ ਭਏ ਗੁਰ ਸੋਈ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਨੇ ਉਹੋ ਹੀ ਮੰਗਾਂ ਪੂਰੀਆਂ ਕਰ ਦਿੱਤੀਆਂ ਜੀ। ਗੱਲ ਤੇ ਵਾਹਿਗੁਰੂ ਭਾਵਨਾ ਰੱਖੋ, ਸਭ ਮੰਗਾਂ ਪੂਰੀਆਂ ਹੋਣਗੀਆਂ। ਹਾਂਜੀ, ਏਕ ਨਿਸਾ ਬਸ ਪੁਰ ਕਰਤਾਰਾ। ਫਿਰ ਉਹ ਸਾਰੀ ਸੰਗਤ ਇੱਕ ਰਾਤ ਉੱਥੇ ਰਹੀ ਜੀ। ਖਡੂਰ ਸਾਹਿਬ ਦੀ ਸੰਗਤ ਨੇ ਵੇਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਰਾਤ ਰਹਿ ਕੇ ਕਿਵੇਂ ਕਥਾ ਕੀਰਤਨ ਸਤਸੰਗ ਸੋਧਰ ਆਰਤੀ ਗਾਈ ਜਾਂਦੀ ਹੈ। ਬਾਣੀ ਸੁਣੀ, ਬਾਣੀ ਸੁਣ ਕੇ ਉਹਨਾਂ ਦੇ ਮਨ ਨੂੰ ਸ਼ਾਂਤੀ ਪਹੁੰਚੀ। ਸੰਗਤਾਂ ਨੇ ਰਾਤ ਪ੍ਰਸ਼ਾਦਾ ਛਕਿਆ ਤੇ ਭਾਈ ਲਹਿਣਾ ਜੀ ਦਾ ਧੰਨਵਾਦ ਕਰਦੀਆਂ ਸੰਗਤਾਂ। ਭਾਈ ਲਹਿਣਾ ਜੀ ਤੁਹਾਡਾ ਧੰਨਵਾਦ ਹੈ, ਤੁਸੀਂ ਸਾਨੂੰ ਵੀ ਪੂਰਨ ਸਤਿਗੁਰੂ ਦੇ ਦਰਸ਼ਨ ਕਰਾ ਦਿੱਤੇ ਜੀ। ਹਾਂਜੀ, ਸਰਬ ਸੰਗ ਨਿਜ ਗ੍ਰਾਮ ਪਧਾਰਾ। ਰਾਤ ਰਹਿ ਕੇ ਦਿਨੇ ਮਹਾਰਾਜ ਜੀ ਦੇ ਚਰਨਾਂ 'ਚ ਨਮਸਕਾਰ ਕਰਕੇ
ਉਹ ਸਾਰਾ ਸੰਗ ਸਾਧ ਸੰਗਤ ਜੀ ਆਪਣੇ ਪਿੰਡ ਖਡੂਰ ਸਾਹਿਬ ਨੂੰ ਚਲੇ ਗਿਆ। ਕੁਝ ਪ੍ਰੇਮੀ ਤੇ ਸੰਗ ਵਿੱਚ ਐਸੇ ਸਨ ਜਿਨ੍ਹਾਂ ਨੇ ਫੁਰਨਾ ਬਣਾ ਲਿਆ ਵੀ ਅੱਜ ਤੋਂ ਬਾਅਦ ਕਿਤੇ ਹੋਰ ਨਹੀਂ ਜਾਣਾ, ਜਦੋਂ ਆਉਣਾ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਹੀ ਆਉਣਾ ਹੈ ਜੀ। ਉਹ ਮਹਾਰਾਜ ਜੀ ਦੇ ਚਰਨਾਂ ਦੇ ਭੌਰੇ ਬਣ ਗਏ। ਠੰਡ ਐਸੀ ਵਰਤੀ ਜੀ ਉੱਥੇ। ਹਾਂਜੀ, ਲਹਿਣਾ ਰਹਿਓ ਪ੍ਰੇਮ ਕਰ ਪਾਸਾ। ਸੋ ਸੰਗ ਜਿਹੜਾ ਉਹ ਤੇ ਸੰਗਤ ਜੀ ਖਡੂਰ ਸਾਹਿਬ ਵਾਪਸ ਆ ਗਿਆ ਤੇ ਭਾਈ ਲਹਿਣਾ ਜੀ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਰਹਿ ਗਏ ਜੀ ਪ੍ਰੇਮ ਨਾਲ। ਹਾਂਜੀ, ਸੇਵਾ ਕਰਹਿ ਜੋ ਹੋਏ ਆਵਾਸਾ। ਘਰ ਵਿੱਚ ਜਿਹੜੀ ਸੇਵਾ ਹੁੰਦੀ ਹੈ ਉਹ ਸੇਵਾ ਕਰਦੇ ਜੀ। ਹੁਣ ਧਿਆਨ ਨਾਲ ਸੁਣਿਓ, ਜਿਵੇਂ ਆਮ ਕੋਈ ਨੌਕਰ ਘਰ ਵਿੱਚ ਰੱਖੀਏ, ਪੈਸੇ ਦਈਏ, ਉਹ ਜਿਹੜੇ ਜਿਹੜੇ ਕੰਮ ਕਰਦਾ ਉਹਦੇ ਤੋਂ ਵੀ ਵੱਧ ਕੰਮ ਸੇਵਾ ਧੰਨ ਗੁਰੂ ਅੰਗਦ ਦੇਵ ਸਾਹਿਬ ਭਾਈ ਲਹਿਣਾ ਜੀ ਪ੍ਰੇਮ ਵਿੱਚ ਆ ਕੇ ਕਰਦੇ ਆ। ਸੰਗਤ ਜੀ ਹੁਣ ਬੇਨਤੀ ਧਿਆਨ ਨਾਲ ਸੁਣਿਓ ਸਾਰੀ ਕਥਾ। ਹਾਂਜੀ, ਝੂਠੇ ਭਾਂਜਨ ਮਾਂਜਨ ਕਰਹੀ। ਸਭ ਤੋਂ ਪਹਿਲੀ ਸੇਵਾ ਜਿਹਨੂੰ ਗੁਰੂ ਘਰ ਵਿੱਚ ਬੜਾ ਸਥਾਨ ਪ੍ਰਾਪਤ ਹੈ, ਝੂਠੇ ਭਾਂਡੇ ਮਾਂਜਣ ਦੀ ਸੇਵਾ ਜੀ। ਭਾਈ ਲਹਿਣਾ ਜੀ ਬੜੇ ਪਿਆਰ ਨਾਲ, ਸੰਗਤਾਂ ਕਿਉਂ ਬਹੁਤ ਆਉਂਦੀਆਂ ਨੇ ਤੇ ਸੰਗਤਾਂ ਪ੍ਰਸ਼ਾਦਾ ਛਕ ਕੇ ਤੇ ਸਾਧ ਸੰਗਤ ਜੀ ਜਿੱਥੇ ਬਰਤਨ ਰੱਖਦੀਆਂ, ਭਾਈ ਲਹਿਣਾ ਜੀ ਬੜੇ ਪਿਆਰ ਨਾਲ ਸੰਗਤ ਦੇ ਝੂਠੇ ਭਾਂਡੇ ਸਾਫ਼ ਕਰਦੇ ਆ। ਤੇ ਇੱਕ ਗੱਲ ਚੇਤਾ ਰੱਖਿਓ, ਉਦਾਂ ਵੀ ਬੜੇ ਬੜੇ ਪਿਆਰ ਵਾਹਿਗੁਰੂ ਬੜੇ ਬੜੇ ਸੇਵਾ ਕਰਦੇ ਆ ਭਾਂਡਿਆਂ ਦੀ, ਪਰ ਜਦੋਂ ਕੋਈ ਗੁਰੂ ਦਾ ਪਿਆਰਾ ਪਿਆਰ ਨਾਲ ਸੰਗਤ ਦੇ ਝੂਠੇ ਭਾਂਡਿਆਂ ਦੀ ਸੇਵਾ ਕਰਦਾ ਨਾ, ਤੇ ਜਿਉਂ ਜਿਉਂ ਬਾਹਰ ਦਾ ਭਾਂਡਾ ਸਾਫ਼ ਹੁੰਦਾ ਤਿਉਂ ਤਿਉਂ ਮਨ ਦਾ ਭਾਂਡਾ ਵੀ ਸਾਫ਼ ਹੋਈ ਜਾਂਦਾ ਜੀ। ਇਹ ਵੀ ਸਾਫ਼ ਹੁੰਦਾ ਬਿਲਕੁਲ ਇਹਦਾ ਅਸਰ 'ਚ। ਕਿਉਂ? ਭਾਂਡੇ ਤੇ ਲੋਕ ਢਾਬਿਆਂ ਤੇ ਵੀ ਮੰਨ ਜਾਂਦੇ ਆ, ਪੈਸੇ ਲੈਂਦੇ ਆ। ਭਾਂਡੇ ਤੇ ਲੋਕ ਘਰ ਵੀ ਮਾਂਜਦੇ, ਪਰ ਗੁਰੂ ਘਰ ਵਿੱਚ ਆ ਕੇ ਭਾਂਡੇ ਮਾਂਜਣਾ ਬੜੀ ਵੱਡੀ ਸੇਵਾ ਭਾਈ ਲਹਿਣਾ ਜੀ ਕਰਦੇ। ਤੇ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ, ਲੋਕਡਾਊਨ ਖੁੱਲ ਜੇ, ਆਪਣੇ ਜੀਵਨ ਵਿੱਚ ਨੇਮ ਬਣਾਓ। ਜਿੰਨੀਆਂ ਸੇਵਾਵਾਂ ਸੁਣਦੇ ਹੋ ਇਹਦੇ ਤੋਂ ਕਿਸੇ ਇੱਕ ਸੇਵਾ ਦਾ ਹੀ ਨੇਮ ਬਣਾ ਲਓ। ਹਾਂਜੀ, ਚਰਨ ਪਖਾਰ ਹਰਖ ਉਰ ਧਰਹੀ। ਚਰਨ ਧੋਂਦੇ ਆ ਸੰਗਤਾਂ ਦੇ, ਸਤਿਗੁਰੂ ਜੀ ਦੇ ਚਰਨਾਂ ਨੂੰ ਧਵਾਉਣ ਦੀ ਸੇਵਾ। ਸੰਗਤ ਦੇ ਚਰਨ ਧਵਾਉਂਦੇ ਆ, ਬਾਹਰੋਂ ਸੰਗਤਾਂ ਆਉਂਦੀਆਂ, ਪੱਕੇ ਰਾਹ ਨਹੀਂ ਸੀ ਹੁੰਦੇ, ਚਰਨਾਂ ਨੂੰ ਧੂੜ ਲੱਗ ਜਾਂਦੀ ਹੈ। ਹਾਂਜੀ, ਬਿੰਜਨ ਲਏ ਹਾਂਕ ਹੀ ਪਾਉਣਾ। ਹੱਥ ਵਿੱਚ ਪੱਖਾ ਲੈ ਕੇ ਤੇ ਸੰਗਤਾਂ ਨੂੰ ਪੱਖਾ ਝੱਲਦੇ ਆ ਜੀ ਭਾਈ ਲਹਿਣਾ ਜੀ। ਸਤਿਗੁਰੂ ਜੀ ਨੂੰ ਪੱਖਾ ਝੱਲਦੇ, ਕਹਿਣਾ ਨਹੀਂ ਪੈਂਦਾ ਜੀ। ਹਾਂਜੀ, ਬਢਨੀ ਫੇਰ ਹੈ ਸਗਰੇ ਪਾਉਣਾ। ਫਿਰ ਭਾਈ ਲਹਿਣਾ ਜੀ ਸਾਰੇ ਘਰ ਵਿੱਚ ਆਪ ਝਾੜੂ ਫੇਰਦੇ ਆ, ਝਾੜੂ ਫੇਰਨ ਦੀ ਸੇਵਾ ਕਰਦੇ। ਗੁਰੂ ਘਰ ਵਿੱਚ ਇਹਨਾਂ ਸੇਵਾਵਾਂ ਦਾ ਬੜਾ ਵੱਡਾ ਮਹਾਤਮ ਹੈ। ਜਿੰਨਾ ਬੰਦਾ ਇਹਨਾਂ ਸੇਵਾਵਾਂ ਨੂੰ ਛੱਡਦਾ ਜਾਂਦੇ ਆ, ਉਹਨਾਂ ਸਾਧ ਸੰਗਤ ਦੀ ਮਨ ਦੇ ਰੋਗ ਵੱਧਦੇ ਜਾ ਰਹੇ ਆ, ਮਨ ਦੇ ਰੋਗ। ਹਾਂਜੀ, ਸਤਿਗੁਰ ਪਰ ਕੇ ਬਸਤਰ ਪਖਾਰ ਹੈ। ਫਿਰ ਭਾਈ ਲਹਿਣਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਸਤਰ ਵੀ ਧੋਂਦੇ ਆ ਜੀ। ਹਾਂਜੀ, ਨਿਸ ਦਿਨ ਸੇਵਾ ਕਰਤ ਗੁਜ਼ਾਰ ਹੈ। ਦਿਨ ਕੀ ਤੇ ਰਾਤ ਕੀ, ਦਿਨ ਰਾਤ ਸੇਵਾ ਕਰਦਿਆਂ ਹੀ ਲੰਘ ਜਾਂਦੀ ਜੀ, ਸਫਲੀ ਹੋ ਜਾਂਦੀ ਹੈ। ਭਾਂਡੇ ਮਾਂਜਦੇ ਆ, ਚਰਨ ਧਵਾਉਂਦੇ ਸੰਗਤਾਂ ਦੇ, ਮਹਾਰਾਜ ਨੂੰ ਪੱਖਾ ਝੱਲਦੇ, ਸੰਗਤਾਂ ਨੂੰ ਝੱਲਦੇ ਆ, ਝਾੜੂ ਫੇਰਦੇ ਆ, ਕੱਪੜੇ ਧੋਂਦੇ ਆ। ਦਿਨ ਰਾਤ ਸੇਵਾ ਕਰਦਿਆਂ ਕਰਦਿਆਂ ਹੀ ਸਮਾਂ ਸਫਲਾ ਕਰ ਲੈਂਦੇ ਜੀ। ਹਾਂਜੀ, ਮੁਖ ਦਿਸ਼ ਦੇਖਤ ਰਹਿ ਸਦਾਈ। ਹੁਣ ਅੱਗੋਂ ਸੁਣਿਓ, ਇਹ ਸਾਰਾ ਕੁਝ ਕਰਕੇ ਵੀ ਮਹਾਰਾਜ ਦੇ ਮੁਖ ਵੱਲ ਵੇਖਦੇ ਰਹਿਣਾ ਜੀ। ਹਾਂਜੀ, ਜਬ ਗੁਣ ਖਾਨੀ ਦੇਹ ਰਜਾਈ। ਕਿਉਂ? ਮੁਖ ਵੱਲ ਇਸ ਕਰਕੇ ਵੇਖਣਾ, ਮਹਾਰਾਜ ਆਪਣੇ ਮੁਖੋਂ ਕੋਈ ਬਚਨ ਕਹਿਣ ਤੇ ਮੈਂ ਭੱਜ ਕੇ ਸੇਵਾ ਕਰਾਂ। ਪਿਆਰ ਵਾਲਿਆਂ ਦੀ ਅਵਸਥਾ ਹੁੰਦੀ ਤੇ, ਪਿਆਰ ਵਾਲਿਆਂ ਦੀ, ਔਰ ਇਸ ਅਵਸਥਾ ਦਾ ਆਪਣਾ ਵੱਖਰਾ ਹੀ ਇੱਕ ਆਨੰਦ ਹੈ ਜੀ। ਹਾਂਜੀ, ਤਤ ਛਿਨ ਕਰਹਿ ਪ੍ਰੀਤ ਉਰ ਧਾਰੀ। ਲਓ ਜੀ, ਜਿਹੜਾ ਕਾਰਜ ਮਹਾਰਾਜ ਨੇ ਕਹਿਣਾ, ਭਾਈ ਲਹਿਣਾ ਜੀ ਨੇ ਤਤ ਛਿਨ ਕਰਨਾ ਤੇ ਭੱਜ ਕੇ ਕਰਨਾ ਜੀ, ਭੱਜ ਕੇ ਕਰਨਾ।
ਹਾਂਜੀ, ਸਰਲ ਹਿਰਦੈ ਥਾ ਮਤਾ ਉਧਾਰੀ। ਮਤਲਬ ਹਿਰਦਾ ਸਰਲ ਸੀ। ਇਸ ਗੱਲ ਦਾ ਧਿਆਨ ਰੱਖਣਾ, ਕੰਮ ਤੇ ਬੜੇ ਕਰਦੇ ਆ, ਸੇਵਾ ਤੇ ਬੜੀ ਕਰਦੇ, ਹਿਰਦਾ ਨਹੀਂ ਸਰਲ ਰੱਖਦੇ। ਹਿਰਦਾ ਸਰਲ ਨਹੀਂ ਰੱਖਦੇ, ਕਿਸੇ ਨਾਲ ਵੈਰ ਕਰੀ ਜਾਂਦੇ ਆ, ਕਿਸੇ ਨਾਲ ਦੁਆਸ਼ ਕਰੀ ਜਾਂਦੇ ਆ, ਮੈਂ ਉਹਨੂੰ ਇੰਝ ਆਖਣਾ, ਉਹਨੂੰ ਇੰਝ ਆਖਣਾ। ਹਿਰਦਾ ਸਰਲ ਨਹੀਂ ਰੱਖਦੇ। ਹਿਰਦਾ ਬਿਲਕੁਲ ਸਰਲ ਹੈ। ਕੋਈ ਚਤੁਰਾਈ ਦੇ ਨਾਲ ਸੇਵਾ ਨਹੀਂ ਕਰਦੇ ਜੀ, ਪਿਆਰ ਨਾਲ ਸੇਵਾ ਕਰਦੇ ਆ। ਹਾਂਜੀ, ਨਿਤਾ ਪ੍ਰਤੀ ਸ਼ਰਧਾ ਮਨ ਭੀਨੋ। ਹੁਣ ਜਿਉਂ-ਜਿਉਂ ਦਿਨ ਲੰਘ ਰਹੇ ਆ ਨਾ ਸੰਗਤ ਜੀ, ਸਮਾਂ ਲੰਘਦਾ ਜਾ ਰਿਹਾ, ਝਾੜੂ ਫੇਰਦਿਆਂ, ਭਾਂਡੇ ਮਾਂਜਦਿਆਂ, ਕੱਪੜੇ ਧੋਂਦਿਆਂ, ਪੱਖਾ ਝੱਲਦਿਆਂ, ਤਿਉਂ-ਤਿਉਂ ਸ਼ਰਧਾ ਹੋਰ ਵੱਧਦੀ ਜਾ ਰਹੀ ਜੀ, ਹੋਰ ਵੱਧਦੀ ਜਾ ਰਹੀ ਹੈ। ਦਾਸ ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕਰੇ, ਸੰਗਤ ਜੀ, ਬੰਦਾ ਆਪੇ ਵੇਖੇ ਵੀ ਇੰਨੇ ਸਾਲ ਹੋ ਗਏ ਮੈਨੂੰ ਲੱਗੇ ਨੂੰ, ਮੇਰੇ 'ਚ ਤਰੱਕੀ ਆਈ ਹੈ ਜਾਂ ਮੈਂ ਹੇਠਾਂ ਗਿਆ, ਪ੍ਰਮੋਸ਼ਨ ਹੋਈ ਹੈ ਜਾਂ ਮੇਰੀ ਡਿਮੋਸ਼ਨ ਹੋਈ ਹੈ। ਦਿਨੋਂ ਦਿਨ ਪਿਆਰ ਵਧੇ, ਦਿਨੋਂ ਦਿਨ ਲਹਿਣਾ ਜੀ ਦਾ ਪਿਆਰ ਵੱਧ ਰਿਹਾ। ਨਿਜ ਜੀ ਰਚਨ ਸਮਰਪਨ ਕੀਨੋ। ਬਸ ਆਪਣਾ ਹਿਰਦਾ ਨਾ ਜੀ ਜਿਹੜਾ, ਉਹ ਭਾਈ ਲਹਿਣਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਸਮਰਪਣ ਹੀ ਕਰ ਦਿੱਤਾ ਜੀ, ਦੇ ਹੀ ਦਿੱਤਾ ਮਹਾਰਾਜ ਨੂੰ। ਹਾਂਜੀ, ਭਾਈ ਪ੍ਰੀਤ ਨਹਿ ਜਾਏ ਬਖਾਨੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਸੰਗਤ ਜੀ, ਲਹਿਣਾ ਜੀ ਦਾ ਇੰਨਾ ਜ਼ਿਆਦਾ ਪਿਆਰ ਹੋ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਨਾਲ, ਜਿਹੜਾ ਬਿਆਨ ਨਹੀਂ ਹੋ ਸਕਦਾ, ਬਿਆਨ ਨਹੀਂ ਹੋ ਸਕਦਾ। ਹਾਂਜੀ, ਕੋ ਉਪਮਾ ਦਿਓ ਕਛ ਨਾ ਸਮਾਨੀ। ਕਹਿਣ ਲੱਗੇ ਮੈਂ ਕਿਹਦੇ ਨਾਲ ਤੁਹਾਨੂੰ ਉਪਮਾ ਦਿਆਂ, ਕਿਹਦੇ ਨਾਲ ਤੁਹਾਨੂੰ ਉਪਮਾ ਦਿਆਂ। ਕੋਈ ਵੀ ਤੁਲਨਾ ਉਪਮਾ ਜਿਹੜੀ ਹੈ ਉਹ ਲਹਿਣਾ ਜੀ ਦੇ ਪਿਆਰ ਦੀ ਬਰਾਬਰੀ ਨਹੀਂ ਕਰ ਸਕਦੀ ਜੀ। ਸੁਣਿਓ ਧਿਆਨ ਨਾਲ। ਹਾਂਜੀ, ਅਲਪ ਪਤੰਗ ਮ੍ਰਿਗ ਕੀ ਜਾਨੀ। ਹੁਣ ਪਤੰਗ ਨਿੱਕਾ ਜੀ, ਨਿੱਕਾ ਜਿਹਾ ਪਤੰਗਾ ਹੁੰਦਾ ਜੀ, ਉਹਦੀ ਪ੍ਰੀਤ ਦੀਵੇ ਨਾਲ ਹੈ ਜੀ, ਉਹ ਦੀਵੇ ਦੇ ਆਲੇ ਦੁਆਲੇ ਘੁੰਮਦਾ ਜੀ। ਹਾਂਜੀ, ਤਿੰਨ ਤੇ ਤੁਰੰਤਾ ਪਹਿਚਾਨੀ। ਜਾਂ ਫਿਰ ਮ੍ਰਿਗ ਕੀ ਜਾਨੀ, ਜਾਂ ਤੇ ਛੋਟਾ ਪਤੰਗਾ ਜਾਂ ਫਿਰ ਹਿਰਨ ਹੈ। ਸਾਧ ਸੰਗਤ ਜੀ, ਉਹਦੀ ਪ੍ਰੀਤੀ ਘੰਟੀ ਨਾਲ ਹੁੰਦੀ ਹੈ, ਘੰਡੇ ਹਿਰਣ ਦੀ ਆਵਾਜ਼ ਨਾਲ ਪੈ ਜਾਂਦੀ ਪ੍ਰੀਤੀ, ਮਦਹੋਸ਼ ਹੋ ਜਾਂਦਾ ਹਿਰਣ। ਪਰ ਤਿੰਨ ਤੇ ਤੁਰੰਤਾ ਪਹਿਚਾਨੀ। ਕਵੀ ਜੀ ਲਿਖਦੇ, ਕਹਿੰਦੇ ਪਤੰਗੇ ਦੀ ਵੀ ਪ੍ਰੀਤ ਹੋ ਸਕਦਾ ਥੋੜੀ ਹੋਵੇ, ਹਿਰਣ ਦੀ ਪ੍ਰੀਤ ਵੀ ਘੰਡੇ ਹੇੜੇ ਦੀ ਆਵਾਜ਼ ਨਾਲੋਂ ਥੋੜੀ ਹੋਵੇ, ਪਰ ਗੁਰੂ ਅੰਗਦ ਦੇਵ ਜੀ ਦੀ ਪ੍ਰੀਤੀ ਬਹੁਤ ਜ਼ਿਆਦਾ ਹੋ ਗਈ ਹੈ। ਲਹਿਣਾ ਜੀ ਦੀ ਪ੍ਰੀਤੀ ਗੁਰੂ ਨਾਨਕ ਸਾਹਿਬ ਨਾਲ ਬਹੁਤ ਜ਼ਿਆਦਾ ਹੋ ਗਈ ਹੈ। ਪਤੰਗੇ ਦੀ ਪ੍ਰੀਤੀ ਦੀਵੇ ਨਾਲ, ਹਿਰਣ ਦੀ ਪ੍ਰੀਤੀ ਘੰਟੀ ਨਾਲ, ਇਹ ਵੀ ਤੁੱਛ ਨੇ ਉਹਨਾਂ ਦੇ ਪਿਆਰ ਅੱਗੇ ਜੀ। ਅਰਦਾਸ ਕਰੋ ਮਹਾਰਾਜ ਸਾਨੂੰ ਐਸਾ ਪਿਆਰ ਬਖਸ਼ੋ। ਹਾਂਜੀ, ਸੀਸ ਦੇਨ ਕੀ ਹੋਏ ਜੇ ਰਜ਼ਾਈ। ਕਹਿੰਦੇ ਜੇ ਮਹਾਰਾਜ ਕਹਿ ਦੇਣ ਨਾ ਲੈਣਿਆ, ਸਿਰ ਵੱਢ ਕੇ ਰੱਖ ਦੇ ਆਪਣਾ। ਹਾਂਜੀ, ਪਲਕ ਮਾਤਰ ਕਬਹਿ ਨਾ ਬਿਲਮਾਈ। ਤੇ ਲਹਿਣਾ ਜੀ ਦੇ ਅੰਦਰ ਇੰਨਾ ਜ਼ਿਆਦਾ ਪਿਆਰ ਹੋ ਗਿਆ ਹੈ, ਲਹਿਣਾ ਦੀ ਸਾਧ ਸੰਗਤ ਜੀ ਪਲਕ ਮਾਤਰ ਦੇ ਵਿੱਚ ਆਪਣਾ ਸਿਰ ਵੱਢ ਕੇ ਰੱਖ ਦੇਣਗੇ। ਮਹਾਰਾਜ ਸੱਚੇ ਪਾਤਸ਼ਾਹ ਨਾਲ ਇੰਨਾ ਪਿਆਰ ਹੋ ਗਿਆ ਜੀ ਗੁਰੂ ਅੰਗਦ ਸਾਹਿਬ ਜੀ ਦਾ। ਹਾਂਜੀ, ਏਕ ਦਿਵਸ ਬੇਦੀ ਕੁਲ ਰਾਈ। ਕਿੰਨਾ ਪਿਆਰ ਹੈ ਜੀ। ਤੇ ਇੱਕ ਦਿਨ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਪੌੜੇ ਸਹਿਜਾ ਪਰ ਸੁਖਦਾਈ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਆਪਣੇ ਬਿਸਤਰੇ ਦੇ ਉੱਤੇ ਲੰਮੇ ਪਏ ਹੋਏ ਸਨ ਜੀ। ਹਾਂਜੀ, ਮਾਇਆ ਧਾਰ ਆਪਨੋ ਵੇਖਾ। ਮਾਇਆ ਆਪਣਾ ਭੇਖ ਧਾਰਨ ਕਰਕੇ ਆਈ ਜੀ ਮਾਇਆ। ਹਾਂਜੀ, ਕਮਲ ਬਿਲੋਚਨ ਰੂਪ ਵਿਸ਼ੇਖਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਨਾ ਮਾਇਆ ਰੂਪ ਧਾਰਨ ਕਰਕੇ ਆਈ ਜੀ। ਹਾਂਜੀ, ਮਣਿਮਈ ਭੂਖਣ ਝਲਕਤ ਅੰਗਾ। ਇਸਤਰੀ ਦਾ ਰੂਪ ਧਾਰਨ ਕੀਤਾ ਮਾਇਆ ਨੇ, ਤੇ ਸਰੀਰ ਤੇ ਹੀਰੇ ਪਹਿਨੇ, ਹੀਰੇ ਜੀ। ਹਾਂਜੀ, ਬਸਤਰ ਕੁਸੰਭੀ ਬਨੇ ਸੋ ਰੰਗਾ। ਲਾਲ ਰੰਗ ਦੇ ਕੱਪੜੇ ਪਾਏ ਆ ਜੀ ਉਹਨੇ। ਹਾਂਜੀ, ਚਾਂਪਤ ਪਦ ਪੰਕਜ ਗੁਰ ਕੇਰੇ। ਮਹਾਰਾਜ ਸੱਚੇ ਪਾਤਸ਼ਾਹ ਬੈਠੇ, ਆਪ ਪਰਮੇਸ਼ਰ, ਆਪ ਨਿਰੰਕਾਰ, ਆਪ ਕਰਤਾ ਪੁਰਖ,
ਤੇ ਮਾਇਆ ਆ ਕੇ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਘੁੱਟਣ ਲੱਗ ਪਈ ਜੀ। ਹਾਂਜੀ, ਸੇਵਾ ਕੀਨੀ ਭਾਉ ਕਨੇਰੇ। ਬੜੇ ਪਿਆਰ ਨਾਲ ਸੇਵਾ ਕਰਨ ਲੱਗ ਪਈ ਜੀ ਮਾਇਆ। ਹੁਣ 10ਵੇਂ ਪਾਤਸ਼ਾਹ ਦਾ ਬਚਨ ਸੁਣਿਓ। ਸ੍ਰੀ ਨਾਥਾਂ ਕੇ ਨਾਥ, ਸ੍ਰੀ ਨਾਥਾਂ ਕੇ ਨਾਥ, ਮਾਇਆ ਚਰਨ ਧਿਆਵਹੀ, ਮਾਇਆ ਚਰਨ ਧਿਆਵਹੀ। ਇਹਦਾ ਭਾਵ ਇੱਕ ਤੇ ਸ਼੍ਰੀ ਨਾਥਾਂ ਦੇ ਨਾਥ ਕਰਤਾ ਪੁਰਖ ਵਾਹਿਗੁਰੂ ਆਪ ਨੇ, ਤੇ ਦੂਜਾ ਕਰਤਾ ਪੁਰਖ ਵਾਹਿਗੁਰੂ ਦਾ ਪ੍ਰਤੱਖ ਰੂਪ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਤੇ ਮਾਇਆ ਆ ਕੇ ਮਹਾਰਾਜ ਦੇ ਚਰਨਾਂ ਨੂੰ ਧਿਆਉਂਦੀ ਹੈ। ਜਪੋ ਸ਼੍ਰੀ ਨਾਥਾਂ ਕੇ ਨਾਥ, ਸ੍ਰੀ ਨਾਥਾਂ ਕੇ ਨਾਥ, ਮਾਇਆ ਚਰਨ ਧਿਆਵਹੀ, ਮਾਇਆ ਚਰਨ ਧਿਆਵਹੀ। ਮਾਇਆ ਕੇ ਰੂਪ ਬਣਾ ਕੇ, ਲਾਲ ਕੱਪੜੇ ਪਾ ਕੇ, ਗਹਿਣੇ ਪਾ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਧਿਆ ਰਹੀ ਹੈ। ਹਾਂਜੀ, ਲਹਿਣੇ ਤਤਸ਼ਨ ਬਿਜਨਾ ਲੀਨੇ, ਪਾਉਨ ਕਰਨ ਆਇਓ ਰਸ ਪੀਨੇ। ਉਧਰੋਂ ਲੈਣਾ ਦੀ ਭਾਵ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹੱਥ ਵਿੱਚ ਪੱਖਾ ਲੈ ਕੇ ਆਏ ਮਹਾਰਾਜ ਨੂੰ ਝੱਲਣ ਵਾਸਤੇ। ਹਾਂਜੀ, ਪੇਖ ਸਰੂਪ ਕੋ ਮਨ ਬਿਸਮਾਇਓ। ਉਹਨਾਂ ਨੇ ਵੇਖਿਆ, ਬੜੇ ਹੈਰਾਨ ਹੋਏ ਵੀ ਇਹ ਕੌਣ ਹੈ ਬੀਬੀ। ਹਾਂਜੀ, ਕਛੂ ਨਾ ਜਾਣਿਓ ਗਇਓ ਲੱਜਾਇਓ। ਤੇ ਸਾਧ ਸੰਗਤ ਜੀ ਕੁਝ ਸਮਝ ਨਾ ਆ ਸਕੀ ਜੀ, ਕੁਝ ਸਮਝ ਨਾ ਆਈ ਤੇ ਮਨ ਵਿੱਚ ਸ਼ੱਕ ਨਹੀਂ ਕੀਤਾ। ਸਾਡੇ ਵਰਗਾ ਹੋਵੇ ਸ਼ੰਕਾ ਵਿੱਚ ਪੈ ਜਾਂਦਾ ਛੇਤੀ। ਹਾਂਜੀ, ਨਿਕਸ ਗਈ ਕਰ ਸੇਵਾ ਜਬਹੀ। ਉਹ ਮਾਇਆ ਆ ਕੇ ਚਰਨ ਧਿਆ ਕੇ ਜਦੋਂ ਸਾਧ ਸੰਗਤ ਜੀ ਚਲੇ ਗਈ ਉਥੋਂ। ਹਾਂਜੀ, ਹਾਥ ਜੋੜ ਕੇ ਬੁਝਿਓ ਤਬਹੀ। ਤੇ ਭਾਈ ਲਹਿਣਾ ਜੀ ਨੇ ਦੋਵੇਂ ਹੱਥ ਜੋੜ ਲਏ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ। ਹਾਂਜੀ, ਕੋ ਅੰਗਨਾ ਇਹ ਦਿਵਯ ਸਰੂਪਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰੋ। ਮਹਾਰਾਜਾ ਦੇਵਤਿਆਂ ਦੇ ਸਰੂਪ ਵਾਲੀ ਕੌਣ ਇਸਤਰੀ ਸੀ ਸੱਚੇ ਪਾਤਸ਼ਾਹ। ਹਾਂਜੀ, ਅਲੰਕਾਰ ਬਰ ਬੇਖ ਅਨੂਪਾ। ਮਹਾਰਾਜ ਉਹਦੇ ਪਾਏ ਹੋਏ ਹੀਰੇ ਚਮਕ ਰਹੇ ਸਨ, ਅਨੂਪਮ ਭੇਖ ਬਣਾਇਆ ਸੀ, ਬੜੇ ਗਹਿਣੇ ਪਾਏ ਸਨ ਵਧੀਆ। ਹਾਂਜੀ, ਪਦ ਪੰਕਜ ਸੇਵੈ ਧਰ ਭਾਊ। ਤੇ ਬੜੇ ਪਿਆਰ ਨਾਲ ਆ ਕੇ ਤੁਹਾਡੇ ਚਰਨਾਂ ਦੀ ਸੇਵਾ ਕੀਤੀ ਮਹਾਰਾਜ ਉਹਨੇ। ਹਾਂਜੀ, ਬੰਦਨ ਕਰ ਗਮਨੈ ਦਿਸ਼ ਕਾਊ। ਤੇ ਫਿਰ ਨਮਸਕਾਰ ਕਰਕੇ ਚਲੇ ਗਈ ਮਹਾਰਾਜ। ਹਾਂਜੀ, ਮੈਂ ਇੱਕ ਪਿਖੀ ਔਰ ਨਹਿ ਦੇਖੀ। ਮਹਾਰਾਜ ਮੈਂ ਇੱਕੋ ਹੀ ਵੇਖੀ ਹੈ, ਦੂਜੀ ਨਹੀਂ ਵੇਖੀ ਮਹਾਰਾਜ, ਕੋਈ ਹੋਰ ਨਹੀਂ ਸੀ ਉੱਥੇ। ਹਾਂਜੀ, ਔਰ ਮੈਂ ਅਚਰਜ ਭਇਓ ਵਿਸ਼ੇਖੀ। ਔਰ ਅੱਜ ਤੱਕ ਮੈਂ ਐਸਾ ਵੇਖਿਆ ਵੀ ਕੋਈ ਨਹੀਂ, ਐਸਾ ਦੇਵ ਸਰੂਪ ਵੇਖਿਆ ਵੀ ਕੋਈ ਨਹੀਂ। ਤੇ ਸਾਧ ਸੰਗਤ ਜੀ ਕਹਿਣ ਲੱਗੇ ਮਹਾਰਾਜ ਮੈਂ ਬੜਾ ਹੈਰਾਨ ਹੋਇਆ। ਹਾਂਜੀ, ਸੁਨ ਕੈ ਸ਼੍ਰੀ ਬੇਦੀ ਕੁਲ ਕੇਤੂ। ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ। ਹਾਂਜੀ, ਬੋਲੇ ਭੇਦ ਬਤਾਵਨ ਹੇਤੂ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਲੈਣਾ ਜੀ ਹੁਣ ਗੱਲ ਧਿਆਨ ਨਾਲ ਸੁਣਿਓ। ਹਾਂਜੀ, ਤੁਝ ਪਰ ਸ਼੍ਰੀ ਕਰਤਾ ਕਿਰਪਾਲਾ। ਤੁਹਾਡੇ ਤੇ ਰੱਬ ਮਿਹਰਬਾਨ ਹੈ, ਪਰਮੇਸ਼ਰ ਦੀ ਕਿਰਪਾ ਤੁਹਾਡੇ ਉੱਤੇ। ਹਾਂਜੀ, ਤਬ ਹੈ ਬਿਲੋਕਿਓ ਰੂਪ ਵਿਸਾਲਾ। ਤਾਂ ਤੁਸੀਂ ਉਹਨੂੰ ਵੇਖਿਆ, ਨਹੀਂ ਤੇ ਆਮ ਪੁਰਸ਼ਾਂ ਨੂੰ ਇਹ ਚੀਜ਼ਾਂ ਵੇਖਦੀਆਂ ਨਹੀਂ ਹਨ। ਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰੇ, ਬਹੁਤ ਕੁਝ ਗੁਪਤ ਵਰਤਦਾ ਹੈ, ਪਰ ਜਿਨ੍ਹਾਂ ਦੇ ਜਿਹੜੇ ਸੇਵਾ ਕਰਦੇ ਰਹਿੰਦੇ ਆ ਫਿਰ ਉਹਨਾਂ ਨੂੰ ਸਾਰਾ ਕੁਝ ਵਿਖਣ ਲੱਗ ਪੈਂਦਾ ਜੀ। 6ਵੇਂ ਪਾਤਸ਼ਾਹ ਮਹਾਰਾਜ ਆਰਾਮ ਕਰਨ ਦੇ ਭਾਈ ਕੀ ਡਰੌਲੀ ਵਿੱਚ,
ਤੇ ਭਾਈ ਸਾਈਂ ਦਾਸ ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਘੁੱਟਣ ਦੇ ਤੇ ਬੀਬੀ ਰਾਮੋ ਜੀ ਪੱਖਾ ਝੱਲਣ ਦੇ ਜੀ, ਤੇ ਮਹਾਰਾਜ ਦੇ ਕੇਸਾਂ ਚੋਂ ਜਲ ਵਹਿਣ ਲੱਗ ਪਿਆ। ਤੇ ਬੀਬੀ ਰਾਮੋ ਜੀ ਬਹੁਤ ਤੇਜ਼ੀ ਨਾਲ ਪੱਖਾ ਝੱਲਣ ਲੱਗ ਪਏ ਵੀ ਹੋ ਸਕਦਾ ਪਸੀਨਾ ਹੋਵੇ, ਮੁੜਕਾ ਹੋਵੇ। ਤੇ ਸਾਈਂ ਦਾਸ ਕਹਿਣ ਲੱਗੇ ਰਾਮੋ ਇਹ ਮੁੜਕਾ ਨਹੀਂ ਹੈਗਾ। ਪੁੱਛਿਆ ਫਿਰ? ਸਾਈਂ ਦਾਸ ਕਹਿਣ ਲੱਗੇ ਰਾਮੋ ਸਾਨੂੰ ਵੇਖਦਾ ਗੁਰੂ ਹਰਗੋਬਿੰਦ ਸਾਹਿਬ ਇੱਥੇ ਲੰਮੇ ਪਏ ਐ, ਲੰਮੇ ਨਹੀਂ ਪਏ, ਇੱਕ ਸਿੱਖ ਦਾ ਬੇੜਾ ਫਸ ਗਿਆ ਸਮੁੰਦਰ ਵਿੱਚ ਜਾ ਕੇ ਉਹਦਾ ਬੇੜਾ ਕੱਢ ਰਹੇ ਐ, ਬੇੜਾ ਪਾਰ ਕਰਨ ਦੇ ਐ। ਤੇ ਜਲ ਜਿਹੜਾ ਹੈ ਸਮੁੰਦਰ ਦਾ ਹੈ। ਤੇ ਜਦੋਂ ਸਾਧ ਸੰਗਤ ਮਹਾਰਾਜ ਗਰੀਬ ਨਵਾਜ ਬੇੜਾ ਤਾਰ ਕੇ ਤੇ ਜਦੋਂ ਸਾਵਧਾਨ ਹੋਏ ਨਾ, ਤੇ ਬੀਬੀ ਰਾਮੋ ਜੀ ਨੇ ਦੱਸਿਆ ਮਹਾਰਾਜ ਅੱਜ ਬੇੜਾ ਤਾਰ ਰਹੇ ਸੀ। ਮਹਾਰਾਜ ਕਹਿੰਦੇ ਤੁਹਾਨੂੰ ਕਿਵੇਂ ਪਤਾ? ਕਹਿੰਦੇ ਸਾਈਂ ਦਾਸ ਨੇ ਦੱਸਿਆ। ਤੇ ਗੁਰੂ ਹਰਗੋਬਿੰਦ ਸਾਹਿਬ ਦਾ ਬੋਲ ਸਤਿਗੁਰੂ ਕਹਿਣ ਲੱਗੇ ਸਾਈਂ ਦਾਸ ਤੁਸੀਂ ਸੇਵਾ ਬੜੀ ਕਰਦੇ ਹੋ ਨਾ, ਸੇਵਾ ਕਰ ਕਰਕੇ ਤੁਹਾਨੂੰ ਸਾਰੀਆਂ ਗੱਲਾਂ ਆਪੇ ਪਤਾ ਲੱਗਣ ਲੱਗ ਪਈਆਂ ਨੇ, ਬਰਕਤਾਂ ਆਉਣ ਲੱਗ ਪੈਂਦੀਆਂ। ਬਰਕਤ ਆਈ। ਮਹਾਰਾਜ ਕਹਿੰਦੇ ਹੋਰ ਤੇ ਨਹੀਂ ਕੋਈ ਇਹ ਚੀਜ਼ ਵੇਖ ਸਕਦਾ, ਤੁਸੀਂ ਵੇਖ ਲਈ ਹੈ ਕਿਉਂਕਿ ਤੁਹਾਡੇ ਤੇ ਰੱਬ ਮਿਹਰਬਾਨ ਹੈ। ਹਾਂਜੀ, ਔਰ ਕਿਸੂ ਕੋ ਨਦਰ ਨਾ ਆਵੇ, ਹੋਰ ਕੋਈ ਨਹੀਂ ਇਹ ਚੀਜ਼ ਨੂੰ ਵੇਖ ਸਕਦਾ। ਹਾਂਜੀ, ਤਾਂ ਕੋ ਪਾਰ ਨਾ ਪਾਇਓ ਜਾਵੇ। ਤੇ ਇਹਦਾ ਕੋਈ ਪਾਰਾਵਾਰ ਨਹੀਂ ਹੈਗਾ ਮਹਾਰਾਜ ਕਹਿੰਦੇ ਇਹਨਾਂ ਗੱਲਾਂ ਦਾ। ਹਾਂਜੀ, ਮਾਇਆ ਰੂਪ ਜਗਤ ਨਰ ਜੋਊ, ਸਭ ਪਰਮਾਏ ਬਚਿਓ ਨਾ ਕੋ। ਮਹਾਰਾਜ ਕਹਿੰਦੇ ਲੈਣਾ ਜੀ ਫਿਰ ਸੁਣੋ, ਜਿਸ ਮਾਇਆ ਨੇ ਸਾਰਾ ਜਗਤ ਹੀ ਭਰਮਾਇਆ, ਜਿਸ ਮਾਇਆ ਤੋਂ ਸਾਰਾ ਜਗਤ ਜਿਸ ਮਾਇਆ 'ਚ ਫਸਿਆ ਪਿਆ ਕੋਈ ਬਚ ਨਹੀਂ ਸਕਿਆ। ਹਾਂਜੀ, ਦੋਹਰਾ ਸੋ ਆਵਤ ਇਸ ਹੇਤ ਤੇ ਦਵਾਦਸ਼ ਕੋਸਨ ਦੂਰ। ਮਹਾਰਾਜ ਕਹਿੰਦੇ ਉਹ ਸਾਡੇ ਤੋਂ 12 ਕੋ ਦੂਰ ਰਹਿੰਦੀ ਹੈ। ਇਹ ਮਾਇਆ 12 ਕੋ ਦੂਰੋਂ ਆਉਂਦੀ ਹੈ ਤੇ ਕਦੇ ਕਦੇ ਸੇਵਾ ਕਰਨ ਆ ਜਾਂਦੀ ਹੈ। ਹਾਂਜੀ, ਰਹਿਤ ਹਮਾਰੇ ਪਾਸ ਤੇ ਛਲ ਬਲ ਹੋਇ ਨਾ ਹਜ਼ੂਰ। ਸਾਡੇ ਕੋਲ ਆਉਂਦੀ ਹੈ ਪਰ ਉਹਦਾ ਕੋਈ ਵੀ ਛਲ ਵੱਲ ਨਹੀਂ ਚੱਲ ਪਾਉਂਦਾ ਜੀ। ਗੁਰਮੁਖੋ ਜਦੋਂ ਬੰਦਾ ਬੰਦਗੀ ਕਰਦਾ ਉਦੋਂ ਵੀ ਆਉਣ ਲੱਗ ਪੈਂਦੀ ਹੈ। ਮਾਇਆ ਕਈ ਤਰ੍ਹਾਂ ਦੇ ਭੇਖ ਬਣਾ ਕੇ ਆਉਂਦੀ ਹੈ ਪਰ ਭਗਤ ਨੱਕ ਕੱਟ ਦਿੰਦੇ ਆ, ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ ਰੇ। ਨੱਕ ਵੱਢ ਦਿੰਦੇ ਆ, ਕੰਨ ਵੱਢ ਦਿੰਦੇ ਆ, ਐ ਰੁੰਡ ਮੁੰਡ ਕਰ ਦਿੰਦੇ ਆ ਇਹਨੂੰ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਲੈਣਾ ਜੀ ਇਹ ਮਾਇਆ ਸਾਡੇ ਤੇ ਨਹੀਂ ਅਸਰ ਕਰ ਸਕਦੀ। ਕਹਿਣ ਲੱਗੇ ਹਾਂਜੀ, ਚੌਪਈ ਰਹਿਓ ਚਾਹਤ ਹੈ ਨਿਕਟ ਕੋ ਚਾਲੀ, ਹਾਂਜੀ, ਪਾਏ ਜਾਹੇ ਨਰ ਹੋਤ ਕੋ ਡਾਲੀ। ਮਹਾਰਾਜ ਕਹਿਣ ਲੱਗੇ ਜਿਸ ਉੱਤੇ ਇਹ ਆ ਜਾਂਦੀ ਹੈ ਨਾ ਮਾਇਆ, ਇਹ ਉਹਨੂੰ ਫਿਰ ਭੈੜੀ ਬੁੱਧੀ ਵਿੱਚ ਗਲਤਾਨ ਕਰ ਦਿੰਦੀ ਹੈ। ਉਹ ਬੰਦਾ ਭੈੜੀ ਚਾਲ ਵਾਲਾ ਹੋ ਜਾਂਦਾ ਜਿਹਦੇ ਤੇ ਮਾਇਆ ਆਪਣਾ ਪ੍ਰਭਾਵ ਪਾ ਦਿੰਦੀ ਤੇ ਬੜੀ ਵੱਡੀ ਛਲੀ 'ਚ। ਮਹਾਰਾਜ ਬਾਣੀ 'ਚ ਕਹਿੰਦੇ ਸਪਣੀ ਸਰਪਨੀ ਤੇ ਉਪਰ ਨਹੀਂ ਬਲਿਆ, ਜਿਨ ਬ੍ਰਹਮਾ ਬਿਸ਼ਨ ਮਹਾਦੇਵ ਛਲੀਆ। ਇਹ ਛਲ ਲਏ ਨੇ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਲੈਣਾ ਜੀ ਸਾਡੇ ਤੇ ਦਾ ਕੋਈ ਪ੍ਰਭਾਵ ਨਹੀਂ ਹੈਗਾ। ਮਹਾਰਾਜ ਕਹਿੰਦੇ ਹਾਂਜੀ, ਜਾਂ ਤੇ ਸੇਵ ਕਰਤ ਸੋ ਆਈ। ਹੁਣ ਇਹ ਸਾਡੀ ਮਹਾਰਾਜ ਕਹਿੰਦੇ ਗੁਲਾਮ ਬਣੀ ਹੋਈ ਹੈ, ਆਮ ਲੋਕਾਂ ਦੀ ਮਾਲਕ 'ਚ ਤੇ ਰੱਬ ਦੇ ਭਗਤਾਂ ਦੀ ਗੁਲਾਮ 'ਚ। ਮਹਾਰਾਜ ਕਹਿੰਦੇ ਲੈਣਾ ਜੀ ਇਹ ਗੁਲਾਮ ਹੈ ਤੇ ਸੇਵਾ ਕਰਨ ਵਾਸਤੇ ਆਈ ਹੈ। ਇਸ ਥਿਰ ਹੋਣ ਸਮੀਪ ਸਦਾਈ। ਤੇ ਇਹ ਚਾਹੁੰਦੀ ਹੈ ਵੀ ਮੈਂ ਨੇੜੇ ਲੱਗਾ, ਇਹ ਸਾਡੇ ਨੇੜੇ ਲੱਗਣਾ ਚਾਹੁੰਦੀ, ਆ ਕੇ ਪੁੱਛਦੀ ਹੈ ਵੀ ਕੋਈ ਕੰਮ ਦੱਸੋ, ਮੈਨੂੰ ਹੁਕਮ ਕਰੋ। ਹਾਂਜੀ, ਦੁਤੀਏ ਸਰੂਪ ਧਰੇ ਹਮ ਜਬ ਹੀ। ਮਹਾਰਾਜ ਕਹਿਣ ਲੱਗੇ ਲੈਣਾ ਜੀ ਜਦੋਂ ਅਸੀਂ ਦੂਸਰਾ ਸਰੂਪ ਧਾਰਨ ਕਰਾਂਗੇ ਨਾ, ਹਾਂਜੀ, ਖਸ਼ਟ ਕੋਸ ਪਰ ਥਿਤ ਹੋਇ ਤਬ ਹੀ। ਫਿਰ ਇਹ 6 ਕੋਹ ਦੀ ਦੂਰੀ ਤੇ ਰਹੇਗੀ। ਮਹਾਰਾਜ ਕਹਿੰਦੇ 6 ਕੋਹ ਦੀ ਦੂਰੀ ਤੇ ਰੱਖਾਂਗੇ, ਭਾਵ
ਮਾਇਆ ਕੋਲੋਂ ਬਹੁਤੀ ਸੇਵਾ ਨਹੀਂ ਲੈਣੀ ਉਦੋਂ। ਹਾਂਜੀ। ਤ੍ਰਿਤੀਯ ਤਨ ਦਰ ਪਰ ਚੱਲ ਆਵਹਿ। ਤੇ ਜਦੋਂ ਅਸੀਂ ਤੀਸਰਾ ਸਰੂਪ ਧਾਰਨ ਕਰਨਾ, ਫਿਰ ਇਹਨੇ ਸਾਡੇ ਦਰਵਾਜ਼ੇ ਤੱਕ ਆ ਜਾਣਾ। ਮਹਾਰਾਜ ਕਹਿਣ ਲੱਗੇ ਹਾਂਜੀ, ਸੇਵ ਕਰਹਿ ਸਭ ਭਾਂਤ ਰਿਝਾਵੈ। ਸੇਵਾ ਕਰਿਆ ਕਰੇਗੀ। ਮਹਾਰਾਜ ਕਹਿਣ ਲੱਗੇ ਬੜੇ ਤਰੀਕਿਆਂ ਨਾਲ ਆ ਕੇ ਸੇਵਾ ਕਰਿਆ ਕਰੇਗੀ। ਹਾਂਜੀ। ਧਰੈ ਚਤੁਰਥੀ ਜਬ ਹਮ ਦੇਹੀ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਲਹਿਣਾ ਜੀ ਨੂੰ ਦੱਸ ਰਹੇ ਕੁਝ ਗੱਲਾਂ ਨੇ ਜਿਹੜੀਆਂ ਖਾਸ ਬੰਦਿਆਂ ਨੂੰ ਦੱਸੀਆਂ ਜਾ ਸਕਦੀਆਂ ਜੀ। ਮਹਾਰਾਜ ਕਹਿੰਦੇ ਜਦੋਂ ਅਸੀਂ ਚੌਥਾ ਸਰੂਪ ਧਾਰਨ ਕਰਨਾ, ਹਾਂਜੀ, ਚਾਹੋਂ ਦਰ ਪ੍ਰਵੇਸ਼ੈ ਆਵੈ ਇਹੀ। ਫਿਰ ਅਸੀਂ ਚਾਰੇ ਦਰਵਾਜ਼ੇ ਖੋਲ ਦੇਣੇ ਇਹਦੇ ਵਾਸਤੇ। ਇਹਨੇ ਚਾਰੇ ਦਰਵਾਜ਼ਿਆਂ ਰਾਹੀਂ ਅੰਦਰ ਆ ਜਾਣਾ। ਹਾਂਜੀ। ਇਸ ਪ੍ਰਕਾਰ ਸਭ ਭੇਦ ਬਤਾਵਾ। ਫਿਰ ਇਹ ਕੰਮ ਸਵਾਰਿਆ ਕਰੇਗੀ, ਵਿਗਾੜਿਆ ਨਹੀਂ ਕਰੇਗੀ। ਕਹਿਣ ਲੱਗੇ ਤੇ ਸਾਧ ਸੰਗਤ ਅੱਜ ਚਾਰੇ ਦਰ ਖੁੱਲੇ ਤੇ ਗੁਰੂ ਰਾਮਦਾਸ ਜੀ ਦੇ ਜਿਹੜੇ ਵਰਲਡ ਵਾਈਡ ਧਾਰਮਿਕ ਅਸਥਾਨ ਨੇ ਉਹ ਇਸ ਸਮੇਂ ਬੰਦ ਹੋ ਚੁੱਕੇ ਆ। ਜਿਹੜੇ ਵਰਲਡ ਵਾਈਡ ਨੇ, ਵਰਲਡ ਵਾਈਡ ਧਾਰਮਿਕ ਅਸਥਾਨ ਇਸ ਸਮੇਂ ਬੰਦ ਹੋ ਚੁੱਕੇ ਨੇ ਲਗਭਗ। ਪਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਦਰ ਖੁੱਲਿਆ ਹੋਇਆ ਹੈ ਔਰ ਉੱਥੇ ਅੱਜ ਵੀ ਲੰਗਰ ਪੱਕ ਰਿਹਾ, ਸੰਗਤ ਛਕ ਰਹੀ ਹੈ। ਤੇ ਨਿਰਾ ਉੱਥੇ ਨਹੀਂ ਛਕ ਰਹੀ, ਉੱਥੋਂ ਕਈ ਲੋਕਾਂ ਦੇ ਘਰਾਂ ਵਿੱਚ ਲੰਗਰ ਜਾ ਰਿਹਾ ਜੀ। ਮਹਾਰਾਜ ਨੇ ਚਰਨੀ ਨੂੰ ਲਾਇਆ ਜੀ ਫਿਰ ਗੁਰੂ ਰਾਮਦਾਸ ਜੀ ਨੇ। ਤੇ ਦਿਨ ਰਾਤ ਜਦੋਂ ਸਮਾਂ ਖੁੱਲਦਾ ਤੁਸੀਂ ਵੇਖੋ ਨਮਸਕਾਰ ਕਰਨ ਵਾਲਿਆਂ ਦੀਆਂ ਲਾਈਨਾਂ ਨਹੀਂ ਟੁੱਟਦੀਆਂ ਜੀ। ਸੋ ਮਹਾਰਾਜ ਕਹਿੰਦੇ ਲੈਣਾ ਜੀ ਜਦੋਂ ਚੌਥਾ ਰੂਪ ਆਏਗਾ ਅਸੀਂ ਇਹਨੂੰ ਨੇੜੇ ਲਾ ਲੈਣਾ, ਚਰਨੀ ਲਾ ਲੈਣਾ। ਹਾਂਜੀ। ਇਸ ਪ੍ਰਕਾਰ ਸਭ ਭੇਦ ਬਤਾਵਾ। ਇਹ ਸਾਰਾ ਭੇਦ ਆਉਣ ਵਾਲੇ ਸਮੇਂ ਦਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਖੁਸ਼ ਹੋ ਕੇ ਪਹਿਲਾਂ ਹੀ ਦੱਸ ਦਿੱਤਾ ਜੀ। ਸੁਣ ਲਹਿਣਾ ਹਿਰਦੇ ਹਰ ਖਾਵਾ। ਹੁਣ ਆਪਣੇ ਗੁਰੂ ਸਾਹਿਬ ਦੀ ਗੱਲ ਹੈ, ਸਿੱਖ ਤੇ ਸੁਣ ਕੇ ਖੁਸ਼ ਹੋਏਗਾ ਹੀ। ਭਾਈ ਲਹਿਣਾ ਜੀ ਭਾਵ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੁਣ ਕੇ ਬੜੇ ਖੁਸ਼ ਹੋਏ ਜੀ। ਭਰਿਓ ਪ੍ਰੇਮ ਉਰ ਸੇਵਾ ਕਰਹੀ। ਤੇ ਲਓ ਫਿਰ ਪਿਆਰ ਹੋਰ ਵੱਧ ਗਿਆ ਜੀ। ਅੱਗੇ ਵੀ ਪਿਆਰ ਨਾਲ ਝਾੜੂ ਮਾਰਦੇ ਆ, ਭਾਂਡੇ ਮਾਂਜਦੇ ਆ, ਕਈ ਕੁਝ ਕਰਦੇ ਆ। ਹੁਣ ਹਿਰਦਾ ਹੋਰ ਪਿਆਰ ਨਾਲ ਭਰ ਗਿਆ ਤੇ ਭਾਈ ਲਹਿਣਾ ਜੀ ਹੋਰ ਸੇਵਾ ਕਰਨ ਲੱਗ ਪਏ ਜੀ। ਹਾਂਜੀ। ਨਹੀਂ ਅਹੰਤਾ ਰੰਚਕ ਧਰਹੀ। ਤੇ ਕਰਦਿਆਂ ਕਰਦਿਆਂ ਅਵਸਥਾ ਕੀ ਬਣ ਗਈ? ਸਰੀਰ ਦੀ ਹੰਤਾ ਦਾ ਵੀ ਅਭਾਵ ਹੋ ਗਿਆ। ਹਉਮੈ ਵੱਖੋ ਵੱਖਰੇ ਤਰੀਕਿਆਂ ਦੀ ਹੈ ਸਾਧ ਸੰਗਤ ਜੀ। ਪਹਿਲਾਂ ਮਾਇਆ ਦੀ ਹੈ, ਮੇਰੇ ਕੋਲ ਇੰਨੀ ਮਾਇਆ ਹੈ, ਮੇਰਾ ਘਰ ਹੈ, ਮੇਰਾ ਬਾਹਰ ਹੈ, ਮੇਰੀ ਪਦਵੀ ਹੈ, ਮੇਰੀ ਕੋਠੀ ਹੈ। ਫਿਰ ਸਾਧ ਸੰਗਤ ਜੀ ਚਲੋ ਇਹਨਾਂ ਚੀਜ਼ਾਂ ਨੂੰ ਬੰਦਾ ਦੂਰ ਕਰਦਾ ਹੈ, ਦਾਨ ਪੁੰਨ ਕਰਨ ਲੱਗ ਪੈਂਦਾ, ਫਿਰ ਸਰੀਰ ਦੀ ਹੋ ਜਾਂਦੀ ਹਉਮੈ। ਤੇ ਸਰੀਰ ਦੀ ਹਉਮੈ ਜਿਹੜੀ ਹੈ ਇਹ ਵੀ ਇੰਨੀ ਚਲੋ ਖਤਰਨਾਕ ਨਹੀਂ ਹੈ, ਬੰਦੇ ਨੂੰ ਆਪਣੇ ਗਿਆਨ ਦੀ ਵੀ ਹਉਮੈ ਹੋ ਜਾਂਦੀ। ਤੇ ਕਰਦਿਆਂ ਕਰਦਿਆਂ ਸਾਰਾ ਹੌਲੀ ਹੌਲੀ ਘਮੰਡ ਬੰਦੇ ਦੇ ਮਨ ਚੋਂ ਨਿਕਲਦਾ ਤੇ ਭਾਈ ਲਹਿਣਾ ਜੀ ਦੇ ਅੰਦਰ ਰੰਚਕ ਮਾਤਰ ਵੀ ਨਹੀਂ ਰਿਹਾ ਜੀ। ਹਾਂਜੀ। ਇਸ ਬਿਦ ਦਿਵਸ ਬਤੀਤੇ ਕੀਤੇ। ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਕਈ ਦਿਨ ਬਤੀਤ ਹੋ ਗਏ। ਕਰਹਿ ਸਦਨ ਹੋਇ ਕਾਰਜ ਤੇਤੇ। ਸਾਧ ਸੰਗਤ ਕਈ ਦਿਨ ਬਤੀਤ ਹੋ ਗਏ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਸੇਵਕ ਬਣ ਕੇ ਘਰ ਦੇ ਕੰਮ ਕਰਦੇ ਆ। ਏਕ ਸਮੈ ਧਰਮਸ਼ਾਲਾ ਮਾਹੀ। ਇੱਕ ਦਿਨ ਧਰਮਸ਼ਾਲਾ ਦੇ ਵਿੱਚ ਰੁਚਿਰ ਪ੍ਰਿਯੰਕ ਡਸਾਵਾ ਤਾਹੀ। ਬੜਾ ਸੋਹਣਾ ਪਲੰਘਾ ਡੱਠਿਆ ਹੋਇਆ ਜੀ। ਹਾਂਜੀ। ਤੇਹ ਪਰ ਪੌੜੇ ਹੁਤੇ ਗੁਸਾਈ। ਉਸ ਪਲੰਘੇ ਦੇ ਉੱਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਰਾਮ ਕਰਨ ਦੇ ਆ। ਮਹਾਰਾਜ ਨੇ ਪਹਿਲਾਂ ਪਲੰਘਾ ਢਵਾਇਆ ਫਿਰ ਆਰਾਮ ਕਰ ਰਹੇ ਆ। ਹਾਂਜੀ। ਲਹਿਣਾ ਸੀਤਲ ਪੌਣ ਚੁਲਾਈ। ਤੇ ਭਾਈ ਲਹਿਣਾ ਜੀ ਲਾਗੇ ਸੁੱਤੇ ਨਹੀਂ ਹੈ, ਉਹ ਮਹਾਰਾਜ ਨੂੰ ਪੱਖਾ ਚੱਲਣ ਦੇ ਆ ਸੱਚੇ ਪਾਤਸ਼ਾਹ ਜੀ ਨੂੰ। ਹਾਂਜੀ। ਹਾਲਤ ਹੁਤੇ ਪਦ ਪੰਕਜ ਦੋਊ। ਤੇ ਭਾਈ ਲਹਿਣਾ ਜੀ ਕੀ ਵੇਖਣ ਦੇ ਆ? ਭਾਈ ਲਹਿਣਾ ਜੀ ਵੇਖਣ ਦੇ ਵੀ ਮਹਾਰਾਜ ਦੇ ਚਰਨ ਹਿੱਲ ਰਹੇ ਆ, ਹਿੱਲ ਰਹੇ ਆ। ਹਾਂਜੀ। ਜਿਨ ਕੇ ਆਹ ਸਮੀਪ ਨਾ ਕੋਊ। ਪਰ ਲਾਗੇ ਕੋਈ ਵੀ ਨਹੀਂ ਹੈ।
ਇੱਕ ਬੰਦਾ ਆਪ ਚਰਨ ਹਿਲਾਉਂਦਾ, ਇੱਕ ਚਰਨ ਇਸ ਤਰ੍ਹਾਂ ਮਹਾਰਾਜ ਦੇ ਹਿਲ ਰਹੇ ਜਿਵੇਂ ਕੋਈ ਘੁੱਟ ਰਿਹਾ ਹੋਵੇ ਜੀ, ਚਰਨ ਘੁੱਟ ਰਿਹਾ ਹੋਵੇ, ਮੁੱਠੀ ਚਾਪੀ ਕਰ ਰਿਹਾ ਹੋਵੇ। ਤੇ ਲੈਣਾ ਜੀ ਵੇਖਦੇ ਵੀ ਨੇੜੇ ਤੇ ਕੋਈ ਵੀ ਨਹੀਂ ਹੈਗਾ। ਹਾਂਜੀ, ਇਹ ਬਿਲੋਕ ਲਹਿਣਾ ਬਿਸਮਾਨਿਓ, ਇਹ ਵੇਖ ਕੇ ਲੈਣਾ ਜੀ ਹੈਰਾਨ ਹੋਏ। ਹਾਂਜੀ, ਦ્વੈ ਕਰ ਜੋਰੇ ਬਚਨ ਬਖਾਨਿਓ, ਤੇ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ। ਹਾਂਜੀ, ਕਿਹ ਕਾਰਨ ਪਦ ਪੰਕਜ ਦੋਈ। ਮਹਾਰਾਜ ਸੱਚੇ ਪਾਤਸ਼ਾਹ ਕੀ ਕਾਰਨ ਹੈ ਜਿਹੜੇ ਆਪ ਜੀ ਦੇ ਦੋਵੇਂ ਚਰਨ ਹਨ ਚੰਚਲ ਹੋਤ ਆਪ ਤੇ ਸੋਈ। ਆਪੇ ਹੀ ਹਿਲ ਰਹੇ ਹੈ, ਇੰਜ ਲੱਗਦਾ ਜਿਵੇਂ ਕੋਈ ਮੁੱਠੀ ਚਾਪੀ ਕਰ ਰਿਹਾ ਹੋਵੇ। ਹਾਂਜੀ, ਕੋਏ ਨਾ ਪਿਖੀਅਤ ਨਿਜੈ ਜਿਨੈ ਸਮੀਪਾ, ਪਰ ਨੇੜੇ ਤੇ ਕੋਈ ਵੀ ਨਹੀਂ ਹੈਗਾ। ਮਹਾਰਾਜ ਕਹਿੰਦੇ ਹਾਂਜੀ, ਸੁਨ ਬੋਲੇ ਬੇਦੀ ਕੁਲ ਦੀਪਾ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੋਂ ਫਿਰ ਕਹਿਣ ਲੱਗੇ, ਤੂੰ ਹੈ ਮੇਰੋ ਪਰਮ ਪਿਆਰੋ। ਵੇਖੋ ਮਹਾਰਾਜ ਕਹਿੰਦੇ ਲੈਣਿਆ ਤੂੰ ਸਾਡਾ ਪਰਮ ਪਿਆਰਾ, ਪਰਮ ਪਿਆਰਾ। ਹਾਂਜੀ, ਜਾਂ ਤੇ ਸਭ ਹੀ ਭੇਦ ਉਚਾਰੋ। ਇਸ ਕਰਕੇ ਤੈਨੂੰ ਸਾਰਾ ਭੇਦ ਦੱਸ ਦਿੰਦੇ ਹਾਂ। ਅਮਰ ਬ੍ਰਿੰਦ ਸ਼ਵੈ ਸ਼ਵੈ ਜੁਗ ਪਾਈ। ਜਿਹੜੇ ਦੇਵਤੇ ਆ ਨਾ, ਦੇਵਤੇ ਉਹ ਮਹਾਰਾਜ ਕਹਿੰਦੇ ਚਰਨਾਂ ਨੂੰ ਛੂ ਛੂ ਕੇ ਤੇ ਸੇਵਾ ਕਰ ਕਰਕੇ ਜਾ ਰਹੇ ਹੈ। ਹਾਂਜੀ, ਬੰਦਨ ਕਰ ਕਰ ਸਦਨ ਸਿਧਾਈ। ਮੱਥਾ ਟੇਕ ਟੇਕ ਕੇ ਇਸ ਸਮੇਂ ਦੇਵਤੇ ਜਾ ਰਹੇ ਹੈ ਸਾਰੇ। ਹਾਂਜੀ, ਆਵਹਿ ਮਿਲ ਕਰ ਕਬ ਕਬ ਸਾਰੇ। ਮਹਾਰਾਜ ਕਹਿੰਦੇ ਲੈਣੇ ਆ ਸਾਰਿਆਂ ਨੂੰ ਗੱਲਾਂ ਨਹੀਂ ਦੱਸੀ ਦੀਆਂ, ਪਰ ਤੈਨੂੰ ਦੱਸ ਦਿੰਦੇ ਆ। ਦੇਵਤੇ ਕਦੀ ਕਦੀ ਆਉਂਦੇ ਆ ਸਾਰੇ ਇਕੱਠੇ ਹੋ ਕੇ। ਹਾਂਜੀ, ਗੁਪਤ ਰੂਪ ਨਰ ਨਾਹੇ ਨਿਹਾਰੇ। ਗੁਪਤ ਰੂਪ ਚ ਆਉਂਦੇ ਆ ਤੇ ਉਹਨਾਂ ਨੂੰ ਕੋਈ ਵੀ ਨਹੀਂ ਵੇਖ ਸਕਦਾ। ਮਹਾਰਾਜ ਕਹਿੰਦੇ ਕੋਈ ਵੀ ਨਹੀਂ ਵੇਖ ਸਕਦਾ। ਹਾਂਜੀ, ਸੁਨ ਕਹੈ ਸਤ ਸਤ ਪ੍ਰਭ ਸੋਊ। ਤੇ ਸੁਣ ਕੇ ਭਾਈ ਲੈਣਾ ਜੀ ਮਹਾਰਾਜ ਨੂੰ ਕਹਿੰਦੇ ਮਹਾਰਾਜ ਸਤ ਬਚਨ, ਸਤ ਬਚਨ। ਹਾਂਜੀ, ਬੰਦਤ ਭਾ ਪਦ ਪੰਕਜ ਦੋ। ਤੇ ਮਨ ਚ ਵਿਚਾਰ ਕੀਤੇ ਮੇਰੇ ਗੁਰੂ ਸਾਹਿਬ ਨੂੰ ਦੇਵਤੇ ਵੀ ਆ ਕੇ ਮੱਥਾ ਟੇਕਣ ਦੇ ਐ। ਇਹ ਗੱਲ ਸੋਚ ਕੇ ਉਸੇ ਵੇਲੇ ਭਾਈ ਲੈਣਾ ਜੀ ਨੇ ਵੀ ਮੱਥਾ ਟੇਕਿਆ ਤੇ ਆਪਾਂ ਵੀ ਟੇਕੀਏ ਹੱਥ ਜੋੜ ਕੇ ਸਿਰ ਝੁਕਾ ਕੇ ਕਹੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਵੀ ਮੇਰੇ ਸਤਿਗੁਰੂ ਨੂੰ ਤਾਂ ਦੇਵਤੇ ਵੀ ਆ ਕੇ ਮੱਥਾ ਟੇਕਣ ਦੇ ਤੇ ਮੈਂ ਕਿਉਂ ਨਾ ਟੇਕਾਂ। ਤੇ ਸਤ ਬਚਨ ਕੀਤਾ। ਤੇ ਸਿੱਖ ਸਤ ਬਚਨ ਹੀ ਕਰੇ ਤਾਂ ਚੰਗੀ ਗੱਲ, ਜੇ ਅੱਜ ਸਤ ਬਚਨ ਹੀ ਨਹੀਂ ਹੁੰਦਾ ਜੀ। ਹਾਂਜੀ, ਪਰਮ ਪ੍ਰੇਮ ਜਾਗਿਓ ਮਨ ਮਾਹੀ। ਮਨ ਵਿੱਚ ਬੜਾ ਪਿਆਰ ਜਾਗ ਗਿਆ ਜੀ। ਵੇਖ ਲੋ ਪਿਆਰ ਵਧੀ ਜਾਂਦੇ ਆ, ਹਰ ਗੱਲ ਵੇਖਦੇ ਆ ਪਿਆਰ ਵੱਧ ਜਾਂਦਾ ਜੀ। ਹਾਂਜੀ, ਰੰਗਿਓ ਰੰਗ ਭਗਤ ਮਨ ਮਾਹੀ। ਮਨ ਐ ਭਗਤੀ ਦੇ ਰੰਗ ਵਿੱਚ ਲੈਣਾ ਜੀ ਦਾ ਰੰਗਿਆ ਗਿਆ। ਇੱਕ ਮਨ ਹਵੈ ਪੜ੍ਹੈ ਗੁਰਬਾਣੀ। ਇੱਕ ਮਨ ਹੋ ਕੇ ਭਾਈ ਲੈਣਾ ਜੀ ਫਿਰ ਬਾਣੀ ਪੜ੍ਹਦੇ ਆ, ਬਾਣੀ। ਹਾਂਜੀ, ਸੁਨਹਿ ਗੁਨਹਿ ਕੀਰਤ ਚਿਤ ਮਾਨੀ। ਸੁਣਦੇ ਵੀ ਐ, ਮਹਾਰਾਜ ਦੇ ਗੁਣ ਸੁਣਦੇ ਰਹਿੰਦੇ ਆ, ਸੱਚੇ ਪਾਤਸ਼ਾਹ ਜੀ ਦੇ ਪਰਮੇਸ਼ਰ ਦੇ ਗੁਣ ਸੁਣਦੇ ਰਹਿੰਦੇ ਆ ਤੇ ਗੁਣਾਂ ਦੇ ਵਿਚਾਰ ਵੀ ਕਰਦੇ ਰਹਿੰਦੇ ਆ। ਹਾਂਜੀ, ਵਾਹਿਗੁਰੂ ਕੋ ਸਿਮਰਨ ਕਰਹੀ। ਲਓ ਹੁਣ ਸੇਵਾ ਕਰਦੇ ਆ ਵਾਹਿਗੁਰੂ ਵਾਹਿਗੁਰੂ ਸਿਮਰਨ ਵੀ ਕਰਦੇ ਆ। ਹਾਂਜੀ, ਉਮੰਗ ਉਮੰਗ ਮੁਖ ਸਹਿਜ ਉਚਰਹੀ। ਤੇ ਬੜੇ ਉਤਸ਼ਾਹ ਦੇ ਨਾਲ ਉਮਗ ਉਮਗ ਕੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਉਸਤਤ ਕਰਦੇ ਭਾਈ ਲੈਣਾ ਜੀ। ਪਰਮੇਸ਼ਰ ਦੀ ਉਸਤਤ ਕਰਦੇ ਆ। ਦਸਵੇਂ ਪਾਤਸ਼ਾਹ ਲਿਖਦੇ ਜੋ ਉਪਮਾ ਕੋ, ਮਹਾਰਾਜ ਕਹਿੰਦੇ ਆ ਉਮਗੈ ਇਹ ਮਨ। ਜੋ ਉਪਮਾ ਕੋ ਉਮਗੈ ਇਹ ਮਨ, ਉਪਮਾ ਭਗਵਾਨ ਹੈ ਕੀ ਕਰੇਗਾ। ਉਪਮਾ ਫਿਰ ਭਗਵਾਨ ਦੀ ਕਰਨੀ ਹੈ। ਹਾਂਜੀ, ਚੀਤ ਪ੍ਰੀਤ ਕੀ ਰੀਤ ਨਿਆਰੀ। ਬੜਾ ਪਿਆਰ ਵੱਧ ਗਿਆ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ। ਲਿਵ ਲਾਗੀ ਨਿਸ ਦਿਨ ਸੁਖਕਾਰੀ। ਤੇ ਸਾਧ ਸੰਗਤ ਜੀ ਦਿਨ ਰਾਤ ਲੇਵੀ ਲੱਗੀ ਰਹਿੰਦੀ ਹੈ, ਧਿਆਨ ਹੀ ਲੱਗਾ ਰਹਿੰਦਾ ਹੈ, ਪ੍ਰੇਮ ਹੀ ਮਨ ਵਿੱਚ ਬਣਿਆ ਰਹਿੰਦਾ ਭਾਈ ਲੈਣਾ ਜੀ ਦੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ। ਸੋ ਜਿਹੜਾ ਇਹ ਸੇਵਾ ਦੀ ਪ੍ਰਸੰਗ ਸੁਣਦਾ, ਜਿਹੜੇ ਵੀ ਕਿਉਂ ਹਜ਼ਾਰਾਂ ਸੰਗਤਾਂ ਲੱਖਾਂ ਨੇ ਬਾਹਰ ਵਿਦੇਸ਼ਾਂ ਵਿੱਚ ਸੁਣਦੇ ਆ,
ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਸਾਧ ਸੰਗਤ ਅਰਦਾਸ ਕਰੋ ਮਹਾਰਾਜ ਸੁੱਖਾਂ ਦਾ ਸਮਾਂ ਆਵੇ, ਅਸੀਂ ਵੀ ਤੁਹਾਡੇ ਘਰ ਵਿੱਚ ਜਾ ਕੇ ਤੁਹਾਡੀ ਸੇਵਾ ਕਰਿਆ ਕਰੀਏ। ਵੇਖੋ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਕੱਪੜੇ ਵੀ ਧੋਂਦੇ ਆ, ਕਿੰਨੀ ਵੱਡੀ ਸੇਵਾ। ਤੇ ਸੇਵਾ ਦਾ ਬੜਾ ਪ੍ਰਤਾਪ ਜੇ, ਬੜਾ ਵੱਡਾ ਪ੍ਰਤਾਪ ਹੈ। ਤੇ ਸੇਵਾ ਕਰਨ ਦਾ ਹਰ ਸਮੇਂ ਉਹਨਾਂ ਦੇ ਮਨ ਵਿੱਚ ਚਾਅ ਬਣਿਆ ਰਹਿੰਦਾ ਜੀ, ਚਾਅ ਬਣਿਆ ਰਹਿੰਦਾ। ਤੇ ਸੇਵਾ ਕਰਦੇ ਸਤਿਗੁਰੂ ਦੀ, ਤੇ ਮਹਾਰਾਜ ਬਾਣੀ ਚ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ, ਸਫਲ ਹੈ ਕਦੋਂ, ਜੇ ਕੋ ਕਰੇ ਚਿਤ ਲਾਏ। ਜਿਵੇਂ ਭਾਈ ਲਹਿਣਾ ਜੀ ਕਰਨ ਦੇ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਹੋ ਜਾਏ। ਤੁਸੀਂ ਸੁਣਿਆ ਨਾ, ਹੰਤਾ ਰਹਿ ਹੀ ਨਹੀਂ ਗਈ, ਹਉਮੈ ਰਹਿ ਹੀ ਨਹੀਂ ਗਈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ, ਸਾਨੂੰ ਸੇਵਾ ਦਾ ਬਲ ਬਖਸ਼ਣ। ਮਾਇਆ ਵੀ ਆ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਧਿਆਉਂਦੀ ਹੈ, ਨਮਸਕਾਰਾਂ ਕਰਦੀ ਹੈ। ਸੋ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਇਹ ਪੰਕਤੀ ਜਿਹੜੀ ਹੈ ਉਹ ਸਾਧ ਸੰਗਤ ਜੀ ਪੜ੍ਹ ਲਓ, ਤੇ ਫਿਰ ਦਾਸ ਆਪਾਂ ਖਿਮਾ ਮੰਗੀਏ। ਸ਼੍ਰੀ ਨਾਥਾਂ ਕੇ ਨਾਥ, ਸ਼੍ਰੀ ਨਾਥਾਂ ਕੇ ਨਾਥ। ਸ਼੍ਰੀ ਨਾਥਾਂ ਕਾ ਨਾਥ ਕੌਣ ਹੈ? ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸ਼੍ਰੀ ਨਾਥਾਂ ਕੇ ਨਾਥ, ਸ਼੍ਰੀ ਨਾਥਾਂ ਕੇ ਨਾਥ। ਮਾਇਆ ਚਰਨ ਧਿਆਵਹੀ, ਮਾਇਆ ਚਰਨ ਧਿਆਵਹੀ। ਸ਼੍ਰੀ ਨਾਥਾਂ ਕੇ ਨਾਥ, ਸ਼੍ਰੀ ਨਾਥਾਂ ਕੇ ਨਾਥ। ਮਾਇਆ ਚਰਨ ਧਿਆਵਹੀ, ਮਾਇਆ ਚਰਨ ਧਿਆਵਹੀ। ਮਾਇਆ ਵੀ ਆ ਕੇ ਮਹਾਰਾਜ ਦੇ ਚਰਨ ਤੇ ਆਉਂਦੀ ਹੈ। ਤੇ ਉਹ ਫਿਰ ਤੁਸੀਂ ਸੁਣਿਆ, ਦੇਵੀ ਦੇਵਤੇ ਆ ਕੇ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਪਰਸਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆ ਕੇ ਸੇਵਾ ਕਰਦੇ ਆ। ਤੇ ਬੰਦਿਆ ਤੂੰ ਕਿਉਂ ਨਹੀਂ ਸੇਵਾ ਕਰਦਾ? ਜੇ ਦੇਵੀ ਦੇਵਤੇ ਕਰਦੇ ਆ ਆ ਕੇ ਉਹ ਮਹਾਰਾਜ ਨੂੰ ਨਮਸਕਾਰਾਂ ਕਰਦੇ, ਤੇ ਬੰਦੇ ਨੂੰ ਵੀ ਕਰਨੀਆਂ ਚਾਹੀਦੀਆਂ, ਮਨੁੱਖ ਨੂੰ ਵੀ ਕਰਨੀਆਂ ਚਾਹੀਦੀਆਂ। ਤੇ ਜਿਹੜਾ ਕਰੇਗਾ ਉਹਦਾ ਭਲਾ ਹੋਵੇਗਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।